ਕਿਸੇ ਸੂਰਜ ਨੂੰ ਰਲ ਮਿਲ ਕੇ ਉਤਾਰੋ ਸ਼ਹਿਰ ਦੇ ਅੰਦਰ। ਵਾਹ। ਇਹ ਸਾਂਝਾਂ ਰਹਿਣ ਦੋ ਭਲਿਓ ਮੁਹੱਬਤ ਲਈ ਜ਼ਰੂਰੀ ਨੇ। ਇਹ ਸਾਂਝਾਂ ਰਹਿਣ ਦੋ ਭਲਿਓ ਮੁਹੱਬਤ ਲਈ ਜ਼ਰੂਰੀ ਨੇ। ਨਵੀਂ ਦੀਵਾਰ ਨਾ ਕੋਈ ਉਸਾਰੋ ਸ਼ਹਿਰ ਦੇ ਅੰਦਰ। ਸਤਿ ਸ੍ਰੀ ਅਕਾਲ, ਅਸਲਾਮੁ ਅਲੈਕੁਮ। ਤੁਸੀਂ ਵੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡੀ ਮੇਜ਼ਬਾਨ ਇਮਾਨ ਨੂਰ ਤੁਹਾਨੂੰ ਖੁਸ਼ਾਮਦੀਦ ਕਰਦੇ ਹਾਂ ਅੱਜ ਦੇ ਨਵੇਂ ਪ੍ਰੋਗਰਾਮ 'ਚ। ਨਾਜ਼ਰੀਨ, ਜਦੋਂ ਇੱਕ ਇਨਸਾਨ ਵੱਡਾ ਹੁੰਦਾ ਹੈ ਆਹਿਸਤਾ ਆਹਿਸਤਾ ਉਹਦੇ ਵਿੱਚ ਸ਼ੌਕ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਖੇਡਣ ਦਾ, ਕੁਝ ਕਰਨ ਦਾ, ਰੰਗ ਭਰਨ ਦਾ, ਲਿਖਣ ਦਾ, ਕੁਝ ਸੁਣਨ ਦਾ, ਕੁਝ ਸੁਣਾਉਣ ਦਾ। ਤੇ ਇਸ ਤਰ੍ਹਾਂ ਕਰਦੇ ਕਰਦੇ ਜਦੋਂ ਇਨਸਾਨ ਦੀ ਸ਼ਖਸੀਅਤ ਬਣ ਜਾਂਦੀ ਹੈ ਤਾਂ ਉਹਨੂੰ ਮਾਲੂਮ ਹੁੰਦਾ ਹੈ ਕਿ ਉਹਦੇ ਵਿੱਚ ਇੱਕ ਇਨਸਾਨ ਹੋਣ ਤੋਂ ਇਲਾਵਾ ਕਿਹੜੀ ਚੀਜ਼ ਪਾਈ ਜਾ ਰਹੀ ਹੈ, ਉਹਦੇ ਰੂਹ ਵਿੱਚ ਕਿਹੜੀ ਦੂਸਰੀ ਚੀਜ਼ ਹੈ ਜਿਹੜੀ ਉਹਨੂੰ ਉਹਦੇ ਹੋਣ ਦਾ ਅਹਿਸਾਸ ਦਿਲਾਉਂਦੀ ਹੈ। ਕਦੀ ਲੋਕੀ ਸ਼ਾਇਰ ਬਣਦੇ ਨੇ, ਕਦੀ ਅਦੀਬ, ਕਦੀ ਕਲਮ ਨਿਗਾਰ ਤੇ ਕਦੀ ਸਿੰਗਰ। ਅੱਜ ਦੇ ਨਵੇਂ ਪ੍ਰੋਗਰਾਮ 'ਚ, ਅੱਜ ਦੀ ਨਵੀਂ ਐਪੀਸੋਡ 'ਚ ਇੱਕ ਨਵਾਂ ਰੰਗ, ਇੱਕ ਨਵਾਂ ਫੁੱਲ ਸਾਡੇ ਕੋਲ ਹੈ ਜਿਹਦੇ ਨਾਲ ਗੱਲ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਇਹ ਖੂਬਸੂਰਤ ਲੋਕ ਆਪਣੀ ਜ਼ਿੰਦਗੀਆਂ ਗੁਜ਼ਾਰਦੇ ਨੇ। ਅੱਜ ਦੇ ਪ੍ਰੋਗਰਾਮ 'ਚ ਵੈਲਕਮ ਕਰਦੇ ਨੇ ਸਾਡੇ ਬਹੁਤ ਚੰਗੇ ਸ਼ਾਇਰ, ਬਹੁਤ ਕੁਝ ਲਿਖਿਆ, ਬਹੁਤ ਕੁਝ ਸੁਣਿਆ। ਵਿਦਆਊਟ ਐਨੀ ਫਰਦਰ ਡਿਲੇ, ਵਕਤ ਨੂੰ ਜ਼ਾਇਆ ਕੀਤਿਆਂ ਬਗੈਰ ਗੱਲ ਕਰਦੇ ਹਾਂ ਸਰ ਮਹਿਬੂਬ ਸਰਮਦ ਨਾਲ। अस्सलाम वालेकुम ਜੀ ਵਾਲੇਕੁਮ ਸਲਾਮ। ਕੀ ਹਾਲ ਹੈ ਸਰ ਤੁਹਾਡਾ? ਅਲਹਮਦੁਲਿਲਾ ਠੀਕ ਠਾਕ। ਸਰ, ਲਿਖਣਾ, ਸੁਣਨਾ ਤੇ ਚਲੋ ਆਸਾਨ ਹੁੰਦਾ ਹੈ, ਪਰ ਇੱਕ ਹੀ ਚੀਜ਼ ਦੇ ਪਿੱਛੇ ਦੌੜਨਾ ਕਿ ਮੈਂ ਸਿਰਫ ਇੱਕ ਹੀ ਕੰਮ ਕਰਨਾ ਹੈ, ਚਾਹੇ ਉਹ ਨਜ਼ਮ ਹੋਏ, ਚਾਹੇ ਉਹ ਗਜ਼ਲ ਹੋਏ, ਉਹ ਆਸਾਨ ਨਹੀਂ ਹੁੰਦਾ। ਤੇ ਤੁਸੀਂ ਫੇਰ ਜਾ ਰਹੇ ਹੋ ਬਹੁਤ ਹੀ ਉੱਚੇ ਮੁਰਤਬੇ ਤੇ ਹਮ ਤੇ। ਤੁਸੀਂ ਕੀ ਕਹੋਗੇ, ਤੁਹਾਡੀ ਨਜ਼ਰ 'ਚ ਹਮ ਦੀ ਸਹੀ ਤਾਰੀਫ ਕੀ ਹੈ? ਰੱਬ ਦੀ ਜਿਹੜੀ ਹੈ ਤਾਰੀਫ, ਰੱਬ ਦੇ ਬਾਰੇ ਬਿਆਨਣਾ ਨਜ਼ਮ ਵਿੱਚ ਮੁਨੱਜ਼ਮ ਕਰਕੇ ਉਹ ਹਮਦ ਹੈ। ਮਾਸ਼ਾਅੱਲਾ। ਤੇ ਸਰ, ਬਹੁਤ ਸਾਰੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਹਮ 'ਚ ਸਿਰਫ ਇੱਕ ਚੀਜ਼ ਲਿਖ ਦੀ ਗਈ ਹੈ ਜਾਂ ਦੂਸਰੇ ਸ਼ਾਇਰਾਂ ਨੇ ਲਿਖ ਦੀ ਹੈ, ਬਹੁਤ ਹੈ। ਬਹੁਤ ਘੱਟ ਲੋਕਾਂ ਨੇ ਇਹਦੇ ਉੱਤੇ ਕੰਮ ਕੀਤਾ ਹੈ ਤੇ ਮਾਸ਼ਾਅੱਲਾ ਤੁਹਾਡਾ ਸਾਰਾ ਹੀ ਕੰਮ ਹਮਦ ਉੱਤੇ ਹੈ। ਕਦੋਂ ਤੁਸੀਂ ਇਹ ਮਹਿਸੂਸ ਕੀਤਾ ਕਿ ਦੂਜੀਆਂ ਸ਼ਾਇਰਾਂ ਤੋਂ ਹਟ ਕੇ ਹਮ 'ਚ ਹੀ ਜਾਣਾ? ਨਹੀਂ, ਮੇਰਾ ਸਾਰਾ ਕੰਮ ਤੇ ਨਹੀਂ ਹਮਦ ਉੱਤੇ। ਪਹਿਲੀ ਕਿਤਾਬ ਮੇਰੀ 2003 ਵਿੱਚ ਆਈ ਹੈ, ਹਵਾਵਾਂ ਜ਼ਹਿਰ ਪਿਆਲੇ ਪੀਤੇ। ਮਾਸ਼ਾਅੱਲਾ। ਉਹਦੇ ਵਿੱਚ ਨਜ਼ਮ ਵੀ ਹੈ, ਗਜ਼ਲ ਵੀ ਹੈ। ਦੂਸਰੀ ਕਿਤਾਬ ਉਮਰੋਂ ਲੰਮੀ ਰਾਤ, ਉਹਦੇ ਵਿੱਚ ਨਜ਼ਮ ਔਰ ਗਜ਼ਲ ਵੀ ਹੈ। ਤੀਸਰੀ ਕਿਤਾਬ ਚੇਤਰ ਦੇ ਤਰਿਆਏ ਹੈ ਜਿਹੜੀ 2010 ਵਿੱਚ ਛਪੀ ਹੈ, ਉਹ ਗਜ਼ਲਾਂ ਦੀ ਕਿਤਾਬ ਹੈ। ਤੇ ਇਸ ਤੋਂ ਬਾਅਦ ਵਿੱਚ 2019 ਚ ਮੇਰੀ ਕਿਤਾਬ ਛਪੀ ਹੈ ਅੱਖਰ ਅੱਖਰ ਹਮਦਾ, ਉਹ ਟੋਟਲੀ ਹਮਦੀਆ ਕਿਤਾਬ। ਮਾਸ਼ਾਅੱਲਾ। ਨਾਮ ਦੇ ਨਾਲ ਨਾਲ ਤਾਰੀਖਾਂ ਵੀ ਯਾਦ ਨੇ। ਜੀ ਵੈਲ ਸਰ, ਹਮਦ ਲਿਖਣਾ ਬਹੁਤ ਮੁਸ਼ਕਿਲ ਕੰਮ ਹੈ ਤੇ ਕਹਿਣਾ ਬਹੁਤ ਆਸਾਨ। ਮੈਂ ਹਮ ਤੇ ਕੁਝ ਲਿਖ ਰਿਹਾ ਵਾਂ ਜਾਂ ਮੈਂ ਹਮ ਤੇ ਕੁਝ ਲਿਖ ਰਹੀ ਹਾਂ ਜਾਂ ਮੈਂ ਲਿਖਣਾ ਚਾਹਨਾ ਵਾਂ। ਸਰ, ਕਹਿਣਾ ਤੇ ਕਰਨਾ ਬਹੁਤ ਔਖੀ ਗੱਲ ਹੈ। ਤੇ ਕੀ ਲੱਗਦਾ ਤੁਹਾਨੂੰ, ਤੁਹਾਡੇ ਵਾਸਤੇ ਮੁਸ਼ਕਿਲ ਸੀ ਜਾਂ ਤੁਹਾਨੂੰ ਆਸਾਨ ਲੱਗਦਾ ਸੀ ਕਿ ਤੁਸੀਂ ਲਿਖ ਸਕੋਗੇ? ਸ਼ੁਰੂ ਵਿੱਚ ਤੇ ਇੰਜ ਸੀ ਕਿ ਜਿਸ ਵੇਲੇ ਮੈਂ ਦੋ ਤਿੰਨ ਨਜ਼ਮਾਂ ਕਹੀਆਂ ਤੇ ਇੱਕ ਜਿਵੇਂ ਰੋਕ ਆ ਗਈ, ਜਿਵੇਂ ਰੁਕਾਵਟ ਆ ਗਈ, ਉਸ ਤੋਂ ਅੱਗੇ ਮੇਰਾ ਸਫ਼ਰ ਸ਼ੁਰੂ ਨਾ ਹੋਵੇ। ਤੇ ਮੈਨੂੰ ਲੱਗਿਆ ਕਿ ਜਿਵੇਂ ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ ਹੁਣ। ਹਾਲਾਂਕਿ ਰੱਬ ਦੀ ਜਿਹੜੀ ਇਹ ਹਸਤੀ ਹੈ ਉਹਦਾ ਤੇ ਖਿਲਾਰੀ ਬਹੁਤ ਹੈ ਨਾ। ਜ਼ਮੀਨ ਅਸਮਾਨ, ਉੱਪਰ ਥੱਲੇ, ਸ਼ਰਕਨ ਗਰਬਨ, ਸ਼ਮਾਲਨ ਜਨੂਬਨ, ਹਰ ਜਗ੍ਹਾ ਤੇ ਹਰ ਵੇਲੇ ਰੱਬ ਹੀ ਰੱਬ ਹੈ। ਬਹੁਤ ਖੂਬਸੂਰਤ ਗੱਲ ਕਰ। ਮੈਨੂੰ ਫਿਰ ਵੀ ਲੱਗ ਰਿਹਾ ਸੀ ਕਿ ਮੈਨੂੰ ਕੁਝ ਨਜ਼ਰ ਹੀ ਨਹੀਂ ਆ ਰਿਹਾ। ਫਿਰ ਮੈਂ ਕਿਸੇ ਸਿਆਣੇ ਨੂੰ ਪੁੱਛਿਆ ਕਿ 2-4 ਹਮਦਾਂ ਤੋਂ ਬਾਅਦ ਮੇਰੇ ਕੋਲ ਕੁਝ ਹੋ ਹੀ ਨਹੀਂ ਰਿਹਾ। ਉਹਨਾਂ ਬੜਾ ਅੱਛਾ ਮਸ਼ਵਰਾ ਦਿੱਤਾ। ਉਹਨਾਂ ਆਖਿਆ ਕਿ ਤੜਕੇ ਉੱਠੋ, ਫਜਰ ਤੋਂ ਵੀ ਪਹਿਲੇ ਤੜਕੇ ਉੱਠੋ, ਉਹਦੇ ਅੱਗੇ ਤਰਲਾ ਕਰੋ। ਜਿਸ ਵੇਲੇ ਫਿਰ ਰੱਬ ਅੱਗੇ ਤਰਲਾ ਕੀਤਾ, ਤੜਕੇ ਉੱਠੇ ਆਏ, ਉਹ ਫਿਰ ਇਵੇਂ ਕਰਕੇ ਰਾਹਾਂ ਖੁੱਲਦੀਆਂ ਗਈਆਂ, ਇਵੇਂ ਕਰਕੇ ਰਸਤੇ ਆਪ ਬਣਦੇ ਗਏ ਕਿ ਉਹ ਸਮਝ ਹੀ ਨਹੀਂ ਆਈ। ਫਿਰ ਰੋਜ਼ ਕਦੇ ਇੱਕ ਹਮਦ, ਕਦੇ ਦੋ ਹਮਦ, ਕਦੇ ਇੱਕ ਹਮਦ। ਇਹੀ ਚੀਜ਼ ਹੁੰਦੀ ਜਿਹਨੂੰ ਲਗਨ ਕਹੀਦਾ ਹੈ। ਲਗਨ, ਮੁਹੱਬਤ, ਚਾਹਤ ਜਦੋਂ ਤੱਕ ਨਾ ਹੋਏ ਇਨਸਾਨ ਨੂੰ ਕਦੇ ਵੀ ਕੁਝ ਨਹੀਂ ਮਿਲ ਸਕਦਾ। ਤੇ ਫਿਰ ਸਰ, ਤੁਸੀਂ ਇਹਦੇ ਵਿੱਚ ਹੀ ਸਾਰਾ ਕੰਮ ਕੀਤਾ, 1 2 3 4 ਹਮਦਾਂ ਤੁਸੀਂ ਲਿਖੀਆਂ, ਤੇ ਸਭ ਤੋਂ ਫੇਵਰੇਟ ਕਿਹੜੀ ਹੈ? ਇਹ ਤੇ ਤੁਸੀਂ ਐਵੇਂ ਕਰਦੇ ਹੋ ਕਿ ਜਿਵੇਂ ਇੱਕ ਮਾਂ ਦੇ 7 ਪੁੱਤਰ ਹੋਣ ਤੇ ਉਹਨੂੰ ਪੁੱਛਿਆ ਜਾਵੇ ਕਿ ਤੇਰਾ ਪਸੰਦੀਦਾ ਕਿਹੜਾ ਹੈ। ਸਰ, ਹਰ ਨਜ਼ਮ ਦੀ, ਹਰ ਹਮ ਦੀ ਅਲੱਗ ਖੂਬਸੂਰਤੀ, ਅਲੱਗ ਚਾਸ਼ਨੀ ਹੁੰਦੀ ਹੈ, ਅਲੱਗ ਮਜ਼ਾ ਹੁੰਦਾ ਹੈ। ਤੇ ਉਹਨੂੰ ਵੇਖਦੇ ਹੋਏ ਤੁਹਾਡੀ ਪਸੰਦੀਦਾ ਕਿਹੜੀ ਹੈ? ਹਾਂ, ਮੈਂ ਇੱਕ ਹਮ ਦੇ ਕੁਝ ਸ਼ੇਰ ਸੁਣਾਉਣਾ ਚਾਹੁੰਦਾ। ਜ਼ਰੂਰ। ਮੇਰੇ ਮੁਕੱਦਰ ਸਵਾਰ ਦਾਏ ਮੇਰਾ ਖੁਦਾ ਏ, ਮੇਰੇ ਮੁਕੱਦਰ ਸਵਾਰ ਦਾਏ ਮੇਰਾ ਖੁਦਾ ਏ, ਮੈਂ ਡੁੱਬਨਾ ਵਾਂ ਉਤਾਰਦਾ ਏ ਮੇਰਾ ਖੁਦਾ ਏ। ਤੇ ਤੇਰਾ ਖੁਦਾ ਏ ਜੋ ਖੌਫ ਵੰਡਦਾ ਏ ਚਿਹਰਿਆਂ ਨੂੰ,
ਤੇਰਾ ਖੁਦਾ ਏ ਜੋ ਖੌਫ ਵੰਡਦਾ ਏ ਚਿਹਰਿਆਂ ਨੂੰ, ਜੋ ਹਾਸਿਆਂ ਨੂੰ ਨਿਖਾਰਦਾ ਏ ਮੇਰਾ ਖੁਦਾ ਏ। ਵਾਹ, ਬਹੁਤ ਤੇ ਖੂਬ। ਪਹਾੜ ਵਰਗੀ ਇਹ ਰਾਤ ਕਾਲੀ ਦੇ ਸਿਰ ਦੇ ਉੱਤੇ ਕਮਾਲ ਕਿਰਨਾਂ ਖਿਲਾਰਦਾ ਏ ਮੇਰਾ ਖੁਦਾ ਏ। ਵਾਹ, ਇਹ ਸ਼ੇਰ ਜਿਹੜੇ ਮੈਂ ਰੋਜ਼ ਲਿਖਣਾ ਵਾ ਕਾਗਜ਼ਾਂ ਤੇ, ਇਹ ਸ਼ੇਰ ਜਿਹੜੇ ਮੈਂ ਰੋਜ਼ ਲਿਖਣਾ ਵਾ ਕਾਗਜ਼ਾਂ ਤੇ, ਦਿਮਾਗ ਅੰਦਰ ਉਤਾਰਦਾ ਏ ਮੇਰਾ ਖੁਦਾ ਏ। ਵਾਹ, ਮੈਂ ਮੁੱਦਤਾਂ ਤੋਂ ਭੁਲਾਈ ਬੈਠਾ ਵਾਂ ਜਿਸ ਰੱਬ ਨੂੰ, ਉਹ ਰੋਜ਼ ਮੈਨੂੰ ਪੁਕਾਰਦਾ ਏ ਮੇਰਾ ਖੁਦਾ ਏ। ਵਾਹ, ਵਾਹ, ਬਹੁਤ ਖੂਬ। ਔਰ ਚੁਫੇਰ ਕੱਚੇ ਨੇ ਲੋਗ ਸਰਮਦ ਮੇਰੀ ਤਰਾਈ, ਕੋਈ ਜੇ ਪੱਕਾ ਵਿਆਰਦਾ ਏ ਮੇਰਾ ਖੁਦਾ ਏ। ਵਾਹ, ਵਾਹ, ਬਹੁਤ ਖੂਬ। ਇਹ ਤੁਸੀਂ ਜਿਹੜੀ ਗੱਲ ਕਹੀ ਥੋੜੀ ਦੇਰ ਪਹਿਲੇ ਕਿ ਅੱਲਾਹ ਤਾਲਾ ਨੇ ਫਿਰ ਰਹਿਮਤ ਕਰ ਦਿੱਤੀ ਜੀ, ਹੈ, ਜੀ। ਵਾਕਈ ਰਹਿਮਤ ਹੈ। ਇੰਨੇ ਖੂਬਸੂਰਤ ਅਲਫਾਜ਼ ਨਾਜ਼ਰੀਨ, ਇੰਨੀ ਖੂਬਸੂਰਤ ਅਦਾਇਗੀ, ਤੇ ਵਾਕਈ ਲੱਗ ਰਿਹਾ ਹੈ ਅੱਲਾਹ ਤਾਲਾ ਨੇ ਤੁਹਾਡਾ ਸਵੇਰੇ ਤੜਕੇ ਉੱਠਣ ਦਾ ਜਿਹੜਾ ਇੱਕ ਵਕਤ ਸੀ ਉਹ ਮੁੱਲ ਕਬੂਲ ਪਾਤਾ ਕਰ ਰੱਬ ਲਿਆ, ਨੇ, ਮੁੱਲ ਪਾਤਾ ਕਬੂਲ ਕਰ ਲਿਆ। ਬਹੁਤ ਜੀ। ਖੂਬਸੂਰਤ ਹੈ ਸਰ। ਹਮ ਮਾਸ਼ਾਅੱਲਾ ਬਹੁਤ ਖੂਬਸੂਰਤ। ਨਜ਼ਮ ਤੇ ਤੁਸੀਂ ਕੰਮ ਕੀਤਾ, ਜੀ, ਗਜ਼ਲ ਨਜ਼ਮ। ਤੇ ਤੁਸੀਂ ਕੰਮ ਕੀਤਾ, ਜੀ। ਤੁਸੀਂ ਲਿਖਿਆ ਮਾਸ਼ਾਅੱਲਾ ਕਿਤਾਬਾਂ ਸ਼ੁਰੂ ਵੀ ਤੇ ਲਿਖੀਆਂ। ਨਜ਼ਮ ਗਜ਼ਲ ਹੀ ਹੋਈ ਹੈ ਨਾ ਟੋਟਲੀ। ਸਰ ਕੀ ਉਮਰ ਸੀ, ਤੁਸੀਂ ਕਿਸ ਦੌਰ ਤੋਂ ਗੁਜ਼ਰ ਰਹੇ ਸੀ, ਆਪਣੀ ਸ਼ਖਸੀਅਤ ਦੇ ਕਿਹੜੇ ਅਦਵਾਰ ਤੋਂ ਗੁਜ਼ਰ ਰਹੇ ਸੀ ਜਦੋਂ ਤੁਹਾਨੂੰ ਇਹ ਲੱਗਾ ਕਿ ਨਜ਼ਮ ਲਿਖ ਸਕਦਾ ਹੈ ਜਾਂ ਗਜ਼ਲ ਲਿਖਣੀ ਚਾਹੀਦੀ ਹੈ ਮੈਨੂੰ? ਨਜ਼ਮ ਤੇ ਗਜ਼ਲ ਬਹੁਤ ਹੀ ਖੂਬਸੂਰਤ ਚੀਜ਼ਾਂ ਨੇ, ਜੇ ਅਗਰ ਇਨਸਾਨ ਲਿਖਣ ਦੇ ਕਾਬਿਲ ਹੋ ਜਾਏ ਤੇ ਮਜ਼ਾ ਹੀ ਆ ਜਾਂਦਾ ਹੈ। ਜੀ ਜੀ, ਯਾਨੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮੇਰੀ ਸ਼ੇਰ ਨਾਲ ਜੁੜਤ ਕਦੋਂ ਹੋਈ? ਬੇਸ਼ੱਕ ਜੀ। ਇਹ ਕੋਈ ਮੈਂ 9ਵੀਂ 10ਵੀਂ ਚ ਪੜ੍ਹਦਾ ਹੋਵਾਂਗਾ ਜਿਸ ਵੇਲੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਸ਼ੇਰ ਲਿਖ ਸਕਦਾ, ਕਿਉਂਕਿ ਸਿਲੇਬਸ ਵਿੱਚ ਪੜ੍ਹ ਰਿਹਾ ਸਾਂ ਨਾ, ਨਜ਼ਮਾਂ ਗਜ਼ਲਾਂ ਤੇ ਸਿਲੇਬਸ ਚ ਹੁੰਦੀਆਂ ਹੀ ਆ। ਮਿਰਜ਼ਾ ਗਾਲਿਬ ਪੜ੍ਹ ਰਹੇ ਮਿਰਜ਼ਾ ਸੀ ਗਾਲਿਬ ਤੁਸੀਂ। ਪੜ੍ਹ ਰਹੇ ਸੀ, ਮੀਰ ਪੜ੍ਹ ਰਹੇ ਸੀ। ਨਾਜ਼ੁਕੀ ਉਸਕੇ लब की क्या कहिए, पंखुड़ी एक गुलाब की सी है। हाँ, बिल्कुल। ਬੇਸ਼ੱਕ ਤੁਸੀਂ ਉਸ ਦੌਰ ਤੋਂ ਗੁਜ਼ਰ ਰਹੇ ਸੀ। ਤੇ ਜੀ। ਸਰ ਬੜਾ ਮਜ਼ੇਦਾਰ ਦੌਰ ਹੁੰਦਾ ਹੈ 9ਵੀਂ 10ਵੀਂ ਦਾ, ਜਦੋਂ ਤੁਹਾਡੇ ਜ਼ਿਹਨ 'ਚ ਇਹ ਸ਼ੇਰ ਪਿਆ, ਪੰਖੜੀ ਇੱਕ ਗੁਲਾਬ ਕੀ ਸੀ ਹੈ, ਕੀ ਜ਼ਿਹਨ 'ਚ ਆਇਆ ਤੁਹਾਨੂੰ? ਸਮਝ ਸੀ ਇਸ ਗੱਲ ਦੀ ਕਿ ਕਿਸ ਬਾਰੇ 'ਚ ਗੱਲ ਹੋ ਰਹੀ ਹੈ, ਜਾਂ ਕਿਉਂਕਿ ਉਹ ਜਿਹੜਾ ਐਰਾ ਚੱਲਦਾ ਸੀ ਬੱਚਿਆਂ ਨੂੰ ਨਹੀਂ ਇੰਨੀ ਸਮਝ ਹੁੰਦੀ ਜੀ, ਕਿ ਜੀ, ਜੀ। ਕਿਸ ਬਾਰੇ ਗੱਲ ਹੋ ਰਹੀ ਹੈ, ਸ਼ਾਇਰ ਕੀ ਕਹਿਣਾ ਚਾਹ ਰਿਹਾ ਹੈ, ਸ਼ਾਇਰ ਦਾ ਮਕਸਦ ਕੀ ਹੈ, ਤੁਹਾਨੂੰ ਸਮਝ ਸੀ ਕਿ ਕੀ ਹੋ ਰਿਹਾ ਪਿੱਛੇ? ਕਿਉਂਕਿ ਮੈਂ ਕਿ ਟੀਚਰ ਹਾਂ, ਉਸ ਏਜ ਵਿੱਚ ਵਾਕਈ ਬੱਚੇ ਨੂੰ ਉਸ ਤਰ੍ਹਾਂ ਨਹੀਂ ਸਮਝ ਨਹੀਂ ਆਉਂਦੀ, ਹੁੰਦੀ। ਲੇਕਿਨ ਟੀਚਰ ਅਗਰ ਚੰਗਾ ਹੋਵੇ ਨਾ ਤੇ ਉਸ ਤਰ੍ਹਾਂ ਸਮਝਾ ਦਿੰਦਾ ਹੈ। ਅੱਛਾ, ਸਾਨੂੰ ਟੀਚਰ ਬਹੁਤ ਅੱਛੇ ਮਿਲੇ, ਤੇ ਤੁਹਾਡੀ ਉਹਨਾਂ ਨੇ ਸਮਝ ਸਾਨੂੰ ਵਿੱਚ- ਸਮਝਾ ਦਿੱਤਾ ਤੇ ਸਾਨੂੰ ਸਹੀ। ਬੜੀ ਆਸਾਨੀ ਨਾਲ ਸਮਝ ਆ ਗਈ ਸੀ। ਅੱਛਾ, ਔਰ ਸਮਝ ਆਈ ਹੈ ਨਾ ਸਾਨੂੰ, ਇਸ ਲਈ ਫਿਰ ਉਹ ਜਿਵੇਂ ਜ਼ਮੀਨ ਦੇ ਵਿੱਚ ਇੱਕ ਬੀਜ ਖਿਲਾਰੀ ਦਾ ਫਿਰ ਪੌਦਾ ਉੱਗੀਦਾ ਨਾ, ਸਾਨੂੰ ਕੋਈ ਅਸਾਤਿਜ਼ਾ ਐਵੇਂ ਦੇ ਮਿਲੇ ਕਿ ਉਹਨਾਂ ਨੇ ਸਾਨੂੰ ਪੜ੍ਹਾਏ ਇਸ ਤਰ੍ਹਾਂ, ਉਹ ਕੋਈ ਜਿਹੜਾ ਸ਼ੇਰ ਦਾ ਜਿਹੜਾ ਸੁੱਖਾਂ ਦਾ ਬੀਜ ਸੀ ਉਹ ਮੈਂ ਸਮਝਦਾ ਕਿ ਦਿਲ ਵਿੱਚ ਰਹਿ ਗਿਆ, ਉਹ ਫਿਰ ਪੁੰਗਰ ਪਿਆ। ਵਾਹ। ਤੇ ਸਰ ਕੋਈ ਗਜ਼ਲ ਸੁਣਾਓ, ਦੋ ਸ਼ਾਰ। ਜੀ ਜ਼ਰੂਰ। ਹਯਾਤੀ ਦੇ ਸਦਾ ਉਨਵਾਨ ਚੋਂ ਸਾਰਾ ਨਿਕਲਿਆ ਏ, ਹਯਾਤੀ ਦੇ ਸਦਾ ਉਨਵਾਨ ਚੋਂ ਸਾਰਾ ਨਿਕਲਿਆ ਏ, ਸੁਖਨ ਮੇਰਾ ਮੇਰੇ ਵਿਜਦਾਨ ਚੋਂ ਸਾਰਾ ਨਿਕਲਿਆ ਏ, ਵਾਹ, ਸੁਖਨ ਮੇਰਾ ਮੇਰੇ ਵਿਜਦਾਨ ਚੋਂ ਸਾਰਾ ਨਿਕਲਿਆ ਏ, ਮੈਂ ਆਪਣੀ ਹਾਰ ਚੋਂ ਜਿੱਤਣ ਦੇ ਸਦਾ ਹੀ ਵੱਲ ਸਿੱਖੇ ਨੇ, ਮੇਰਾ ਮਤਲਬ ਨਫਾ ਨੁਕਸਾਨ ਚੋਂ ਸਾਰਾ ਨਿਕਲਿਆ। ਅਰੇ ਵਾਹ। ਸਰ ਕਹਿੰਦਾ ਸ਼ਾਇਰੀ ਅਲਫਾਜ਼ ਦਾ ਮਜਮੂਆ ਹੈ, ਖੂਬਸੂਰਤ ਅਲਫਾਜ਼, ਰੰਗ, ਚਾਸ਼ਨੀ ਮਿਲ ਕੇ ਇੱਕ ਨਜ਼ਮ ਤੇ ਗਜ਼ਲ ਨੂੰ ਬਣਾਉਂਦੇ ਨੇ। ਤੁਹਾਡਾ ਕੀ ਖਿਆਲ ਹੈ, ਹਰ ਇਨਸਾਨ ਸ਼ਾਇਰ ਬਣ ਸਕਦਾ ਹੈ ਜਾਂ ਇਹ ਸਿਰਫ ਚੰਦ ਲੋਕਾਂ ਦਾ ਹੀ ਕਮਾਲ ਹੈ, ਚੰਦ ਲੋਕ ਹੀ ਇਹਦੇ ਵਿੱਚ ਜਾ ਕੇ ਆਪਣਾ ਨਾਮ ਬਣਾ ਸਕਦੇ ਨੇ? ਨਹੀਂ, ਇਹ ਮੈਂ ਸਮਝਦਾ ਕਿ ਇੱਕ ਜਿਵੇਂ ਕਹਿੰਦੇ ਨਾ ਕਿ ਰੱਬ ਵੱਲੋਂ ਕੋਈ ਤੋਹਫਾ ਹੈ, ਗੋਡ ਗਿਫਟਡ ਹੈ, ਠੀਕ ਹੈ ਨਾ ਜੀ। ਇਹ ਹਰ ਬੰਦਾ ਸ਼ਾਇਰ ਨਹੀਂ ਬਣ ਸਕਦਾ, ਸ਼ਾਇਰ ਜਮਾਂਦਰੂ ਹੁੰਦਾ ਹੈ। ਹਾਂ, ਕੁਝ ਲੋਕ ਇਹ ਜ਼ਰੂਰ ਹੈ ਕਿ ਮਿਹਨਤ ਕਰਕੇ, ਪੜ੍ਹ ਕੇ, ਸਿੱਖ ਕੇ, ਕੋਸ਼ਿਸ਼ ਕਰਕੇ ਸ਼ੇਰ ਕਹਿ ਸਕਦੇ ਆ, ਅਵੁਰਦ ਦਾ ਅਮਲ ਉਹਨੂੰ ਕਹਿੰਦੇ ਆ। ਸ਼ਾਇਰ ਵੀ ਕਦੇ ਕਦੇ ਬਾਜ਼ੂਕਾਤ ਇੱਕ ਸ਼ਾਇਰ ਹੈ ਨਾ, ਬਕਾਇਦਾ ਇੱਕ ਸ਼ਾਇਰ ਹੈ, ਉਸ ਦੀ ਤਬਾ ਮੌਜ਼ੂ ਨਹੀਂ, ਉਹਦਾ ਦਿਲ ਕਰ ਹੀ ਨਹੀਂ ਰਿਹਾ, ਕੋਈ ਹੋਰ ਦੋਸਤ ਕਹਿੰਦਾ ਯਾਰ ਸ਼ੇਰ ਕਹਿ ਕੇ ਵਿਖਾ, ਸਾਨੂੰ ਕਹਿ ਦੇ ਚੰਦ ਸ਼ੇਰ, ਉਸ ਅਮਲ ਨੂੰ ਅਸੀਂ ਕਹਿੰਦੇ ਆ ਅਵੁਰਦ। ਅਵੁਰਦ ਕੀਤੀ ਜਾ ਸਕਦੀ ਹੈ, ਮਿਹਨਤ ਕਰਕੇ ਸ਼ਾਇਰ ਬਣਿਆ ਜਾ ਸਕਦਾ, ਲੇਕਿਨ ਉਹਦੇ ਵਿੱਚ ਉਹ ਚਸ, ਉਹ ਸਵਾਦ ਨਹੀਂ ਆਉਂਦਾ ਜੋ ਤਬਾ ਮੌਜ਼ੂ ਹੁੰਦੀ ਹੈ ਜਿਸ ਵੇਲੇ ਸ਼ਾਇਰੀ, ਜਿਹੜਾ ਜਮਾਂਦਰੂ ਹੁੰਦਾ ਹੈ, ਰੱਬੋਂ ਜਿਹਨੂੰ ਇੱਕ ਮਤਲਬ ਮਿਲੀ ਹੁੰਦੀ ਹੈ ਰੱਬ ਵੱਲੋਂ ਖੂਬੀ, ਉਹ ਵਧੀਆ ਅੰਦਾਜ਼ ਨਾਲ ਸ਼ੇਰ ਕਹਿ ਸਕਦਾ ਹੈ। ਬਹੁਤ ਖੂਬਸੂਰਤ ਗੱਲ
ਕੀਤੀ ਤੇ ਇਹਦੇ ਵਿੱਚ ਇੱਕ ਪੈਗਾਮ ਵੀ ਹੈ तमाम ਨੌਜਵਾਨ ਸ਼ਾਇਰ ਤੇ ਸ਼ਾਇਰਾਂ ਵਾਸਤੇ ਜਿਹੜੇ 9ਵੀਂ 10ਵੀਂ ਦੀ ਉਮਰ 'ਚ ਲਿਖਣ ਬਹਿ ਜਾਂਦੇ ਅਸੀਂ ਸ਼ਾਇਰ ਨੇ ਇੱਕ ਗੋਡ ਗਿਫਟਡ ਗੱਲ ਹੁੰਦੀ। ਬਹੁਤ ਚੰਗਾ ਲੱਗਾ ਸਰ ਜੀ ਤੁਹਾਡੇ ਖਿਆਲਾਤ ਦਾ ਇਜ਼ਹਾਰ ਸੁਣ ਕੇ। ਇੱਕ ਹੋਰ ਸਵਾਲ ਸਰ ਮੈਂ ਬਹੁਤ ਜ਼ਰੂਰੀ ਪੁੱਛਣਾ ਚਾਹ ਰਹੀ ਸੀ, ਤੁਹਾਡੀ ਤਾਲੀਮ, ਤੁਹਾਡਾ ਮਾਸਟਰ ਹੋਇਆ ਉਰਦੂ 'ਚ ਤੇ ਤੁਸੀਂ ਲਿਖਦੇ ਪੰਜਾਬੀ ਵਿੱਚ, ਇਹ ਕੀ ਗੱਲ ਹੈ? ਇਹ ਕੀ ਮਤਲਬ ਤੁਹਾਡੀ ਪਸੰਦ ਹੀ ਪੰਜਾਬੀ ਵਿੱਚ ਹੈ ਕਿ ਤੁਹਾਡਾ ਸਾਰਾ ਕਲਾਮ ਹੀ ਪੰਜਾਬੀ ਵਿੱਚ ਹੈ ਤੇ ਤੁਸੀਂ ਮਾਸ਼ਾਅੱਲਾ ਗੱਲ ਵੀ ਸਮਝਾਣਾ ਵੀ ਇਜ਼ਹਾਰਾਤ ਵੀ ਸਾਰੇ ਪੰਜਾਬੀ ਵਿੱਚ? ਦੇਖੋ ਮੈਂ ਮਿਹਨਤ ਕਰਕੇ, ਮੈਂ ਕੋਸ਼ਿਸ਼ ਕਰਕੇ ਐਮਏ ਉਰਦੂ ਕੀਤਾ, ਠੀਕ ਹੈ, ਔਰ ਮੈਂ ਹਾਲੇ ਵੀ ਨਹੀਂ ਸਮਝਦਾ 100% ਕਿ ਮੈਂ ਉਰਦੂ ਠੀਕ ਬੋਲ ਸਕਦਾ ਹੋਵਾਂਗਾ। ਉਰਦੂ ਦੇ ਜਿਹੜੇ ਤਲਫੁਜ਼ ਆ ਉਹਦੀ ਮੈਂ ਸਹੀ ਅਦਾਇਗੀ ਕਰ ਸਕਦਾ ਹੋਵਾਂਗਾ, ਮੈਂ ਨਹੀਂ ਸਮਝਦਾ, ਬਾਵਜੂਦ ਇਸ ਦੇ ਕਿ ਮੇਰਾ ਮਾਸਟਰ ਉਰਦੂ 'ਚ ਹੈ। ਲੇਕਿਨ ਮੈਂ ਜਿਸ ਵੇਲੇ 4 ਸਾਲ ਦਾ ਸੀ ਨਾ, ਉਸ ਵੇਲੇ ਮੈਂ ਪੰਜਾਬੀ 'ਚ ਫਾਜ਼ਲ ਸੀ, ਕਿਉਂਕਿ ਮੇਰੀ ਮਾਂ, ਮੇਰਾ ਬਾਪ, ਮੇਰੀ ਦਾਦੀ, ਦਾਦਾ, ਨਾਨੀ, ਨਾਨਾ ਸਭ ਪੰਜਾਬੀ ਬੋਲਦੇ ਸੀ। ਮੇਰੀ ਮਾਦਰੀ ਜ਼ੁਬਾਨ ਆ, ਮੇਰੀ ਮਿੱਟੀ ਦੀ ਜ਼ੁਬਾਨ ਆ, ਮੈਨੂੰ ਪੁਰਖਾਂ 'ਚੋਂ ਮਿਲੀ ਏ, ਮੇਰੀ ਆਪਣੀ ਜ਼ੁਬਾਨ ਆ, ਇਹਦੇ ਮੈਨੂੰ ਸਿੱਖਣ ਦੀ ਲੋੜ ਹੀ ਨਹੀਂ ਪਈ, ਠੀਕ ਹੈ ਨਾ ਜੀ। ਸੋ ਇਹਦੇ ਵਿੱਚ ਮੈਨੂੰ ਚਸ ਵੀ ਜ਼ਿਆਦਾ ਆਈ, ਇਹਦੇ ਵਿੱਚ ਮੇਰੇ ਕੋਲ ਵੋਕੈਬਲਰੀ ਵੀ ਜ਼ਿਆਦਾ ਵਾ, ਅਲਫਾਜ਼ ਵੀ ਜ਼ਿਆਦਾ ਵਾ, ਤੇ ਮੈਨੂੰ ਉਂਝ ਵੀ ਇਨਸਾਨ ਦਾ ਜਿਹੜਾ ਸਭ ਤੋਂ ਪਹਿਲਾ ਹੱਕ ਹੁੰਦਾ ਹੈ ਉਹ ਉਹਦੀ ਮਾਦਰੀ ਜ਼ੁਬਾਨ ਤੇ ਹੁੰਦਾ ਬੇਸ਼ੱਕ। ਸੋ ਇਸ ਲਈ ਮੈਂ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਸਵਾਦ ਵੀ ਜ਼ਿਆਦਾ ਆਪਣੀ ਮਾਦਰੀ ਜ਼ੁਬਾਨ ਵਿੱਚ ਹੀ ਲਿਖਣ ਦਾ ਹੈ। ਬੇਸ਼ੱਕ ਹੁੰਦਾ ਹੈ ਸਰ, ਬਹੁਤ ਅਸਰ ਰੱਖਦੀ ਜਿਹੜਾ ਘਰੇਲੂ ਮਾਹੌਲ ਹੁੰਦਾ ਹੈ, ਜਿਹੜੀ ਜ਼ੁਬਾਨ ਬੋਲੀ ਜਾਂਦੀ। ਜੇ ਘਰ 'ਚ ਉਰਦੂ ਬੋਲੀ ਜਾਏ ਤਾਂ ਲੋਕ ਉਰਦੂ ਬੋਲ 'ਚ ਆਸਾਨੀ ਮਹਿਸੂਸ ਕਰਦੇ ਨੇ, ਜੇ ਘਰ 'ਚ ਅੰਗਰੇਜ਼ੀ ਬੋਲੀ ਜਾਏ ਤੇ ਅੰਗਰੇਜ਼ੀ 'ਚ ਉਹਨਾਂ ਦਾ ਰੁਝਾਨ ਹੁੰਦਾ ਹੈ, ਉਹਨਾਂ ਨੂੰ ਅੰਗਰੇਜ਼ੀ ਬੋਲਣ 'ਚ ਆਸਾਨੀ ਹੁੰਦੀ ਹੈ। ਤੁਹਾਡਾ ਪੰਜਾਬੀ 'ਚ ਸੀਗਾ ਤੇ ਤੁਹਾਨੂੰ ਪੰਜਾਬੀ 'ਚ ਖੋਜ ਪਰਖ ਵੀ ਅਗਰ ਕਰੀਏ ਨਾ, ਅਸੀਂ ਇਸ ਬਾਰੇ ਖੋਜ ਵੀ ਕਰੀਏ, ਤਹਿਕੀਕ ਵੀ ਕਰੀਏ, ਅਸੀਂ ਸੋਚੀਏ ਵੀ, ਅਸੀਂ ਸ਼ੌਰੀ ਤੌਰ ਤੇ ਵੀ ਅਗਰ ਮਤਲਬ ਸੋਚੀਏ ਤੇ ਸਾਡੇ ਸਾਹਮਣੇ ਉਰਦੂ ਦੀ ਨਿਸਬਤ ਪੰਜਾਬੀ ਜ਼ੁਬਾਨ ਹੀ ਖੜੀ ਹੈ, ਕਿਉਂਕਿ ਬਨਿਸਬਤ ਉਰਦੂ ਦੇ ਪੰਜਾਬੀ ਜ਼ੁਬਾਨ ਦਾ ਖਿਲਾਰ ਵੀ ਜ਼ਿਆਦਾ ਵਾ, ਪੰਜਾਬੀ ਜ਼ੁਬਾਨ ਵੱਡੀ ਜ਼ੁਬਾਨ ਵੀ ਆ, ਇਹਦਾ ਜਿਹੜਾ ਤਾਰੀਖੀ ਪਿਛੋਕੜ ਆ ਯਾਨੀ ਇਹਦੀ ਜਿਹੜੀ ਤਵਾਰੀਖ ਆ ਉਹ ਵੀ ਬੜੀ ਪੱਕੀ ਪੀੜੀ ਹੈ। ਉਰਦੂ ਜ਼ੁਬਾਨ ਤੇ ਬਹੁਤ ਸਾਰੀਆਂ ਜ਼ੁਬਾਨਾਂ ਨੂੰ ਮਿਲਾ ਕੇ ਇੱਕ ਬਣਾਈ ਗਈ ਹੈ ਨਾ ਜੀ, ਕਿਉਂਕਿ ਉਰਦੂ ਲਫ਼ਜ਼ ਜਿਹੜਾ ਹੈ ਉਹਦਾ ਮਤਲਬ ਵੀ ਲਸ਼ਕਰੀ ਜ਼ੁਬਾਨ ਹੈ, ਜਦਕਿ ਪੰਜਾਬੀ ਦੇ ਪਿਓਰ ਔਰ ਖਾਲਿਸ ਜ਼ੁਬਾਨ ਹੈ। ਜਦ ਮੈਨੂੰ ਖਾਲਿਸ ਜ਼ੁਬਾਨ ਮੇਰੇ ਘਰ 'ਚੋਂ ਜੋ ਮਿਲੀ ਹੈ ਤੇ ਫਿਰ ਮੈਂ ਕਿਉਂ ਕਿਸੇ ਉਬੜ ਬੋਲੀ ਵਿੱਚ ਸ਼ੇਰ ਕਵਾਂ ਜਾਂ ਆਪਣੇ ਖਿਆਲਾਤ ਦਾ ਇਜ਼ਹਾਰ ਕਰਾਂ। ਸਹੀ, ਬਹੁਤ ਸੋਹਣੀ ਗੱਲ ਕੀਤੀ ਸਰ। ਸਰ ਇੱਕ ਸਵਾਲ ਜਿਹੜਾ ਮੈਂ ਤੁਹਾਡੇ ਕੋਲੋਂ ਕਰਨਾ ਚਾਹ ਰਹੀ ਸੀ ਕਿ ਨਜ਼ਮ ਲਿਖਦੇ ਹੋ ਤੁਸੀਂ, ਗਜ਼ਲ ਲਿਖਦੇ ਹੋ ਤੁਸੀਂ, ਆਪਣੇ ਖਿਆਲਾਤ ਦਾ ਇਜ਼ਹਾਰ ਕਰਦੇ ਹੋ, ਖੂਬਸੂਰਤ ਅਲਫਾਜ਼ ਮੁਆਸ਼ਰੇ ਵਿੱਚੋਂ, ਕਲਚਰ ਵਿੱਚੋਂ ਕੱਢ ਕੇ ਲਿਆਉਂਦੇ ਹੋ, ਆਪਣਾ ਪੈਗਾਮ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ। ਕਿੰਨਾ ਮਜ਼ਾ ਆਉਂਦਾ ਹੈ ਨਜ਼ਮ 'ਚ ਜਾਂ ਕਿੰਨਾ ਤੁਸੀਂ ਲੁਤਫ ਉਠਾਉਂਦੇ ਹੋ ਗਜ਼ਲ ਲਿਖਣ 'ਚ? ਕਿਉਂਕਿ ਦੋਨਾਂ 'ਚ ਬਹੁਤ ਫਰਕ ਹੈ। ਹਰ ਰੰਗ ਨੂੰ, ਹਰ ਲਫ਼ਜ਼ ਨੂੰ ਤੁਸੀਂ ਇੰਜੋਏ ਕਰਦੇ ਹੋ, ਤੁਹਾਨੂੰ ਮਜ਼ਾ ਆਉਂਦਾ ਹੈ, ਤੁਹਾਡੇ ਉੱਤੇ ਇੱਕ ਅੱਲਾ ਦੀ ਤਰਫੋਂ ਇੱਕ ਨਾਜ਼ਿਲ ਹੁੰਦਾ ਹੈ, ਕੁਛ ਨਾ ਕੁਛ ਤੁਹਾਨੂੰ ਫੀਲ ਹੁੰਦਾ ਹੈ, ਤੁਸੀਂ ਲਿਖਦੇ ਹੋ, ਕਾਗਜ਼ ਤੇ ਉਤਾਰਦੇ ਹੋ। ਤੇ ਕੀ ਕਹਿੰਦੇ ਤੁਸੀਂ, ਗਜ਼ਲ 'ਚ ਜ਼ਿਆਦਾ ਤੁਸੀਂ ਇੰਜੋਏ ਕਰ ਰਹੇ ਹੋ ਜਾਂ ਨਜ਼ਮ 'ਚ ਤੁਸੀਂ ਜ਼ਿਆਦਾ ਇੰਜੋਏ ਕਰ ਰਹੇ ਹੋ? ਤੁਹਾਡੇ ਸਵਾਲ ਵਿੱਚ ਇੱਕ ਬੜਾ ਅੱਛਾ ਆਨਸਰ ਆ, ਉਹ ਇਹ ਹੈ ਕਿ ਅੱਲਾ ਦੀ ਤਰਫੋਂ ਜਦੋਂ ਬੇਸ਼ੱਕ ਤਬਾ ਮੌਜੂ ਹੁੰਦੀ ਹੈ, ਜਦੋਂ ਅੱਲਾ ਦੀ ਤਰਫੋਂ ਬੰਦੇ ਦਾ ਰੁਝਾਨ ਬਣਦਾ ਹੈ, ਤਬੀਅਤ ਬਣਦੀ ਹੈ, ਉਸ ਵੇਲੇ ਜੋ ਵੀ ਤਖਲੀਕ ਹੋ ਜਾਵੇ, ਉਹ ਨਜ਼ਮ ਹੋ ਜਾਵੇ, ਉਹ ਗਜ਼ਲ ਹੋ ਜਾਵੇ, ਉਹ ਹਮਦ ਹੋ ਜਾਵੇ, ਉਹ ਨਾਤ ਹੋ ਜਾਵੇ, ਉਹਦਾ ਚਸ ਆਉਂਦਾ ਹੈ, ਉਹਦਾ ਸਵਾਦ ਆਉਂਦਾ ਹੈ। ਔਰ ਇਨਸਾਨ ਆਪਣੀ ਤਖਲੀਕ ਦਾ ਪਹਿਲਾ ਨਕਾਦ ਆਪ ਹੀ ਹੈ। ਜਿਸ ਵੇਲੇ ਬੰਦੇ ਨੂੰ ਮਨੋਂ ਦਿਲੋਂ ਤਸੱਲੀ ਹੋ ਜਾਵੇ, ਸਮਝ ਲਓ ਤਖਲੀਕ ਜਿਹੜੀ ਹੈ ਬਹੁਤ ਅੱਛੀ ਹੋ ਗਈ ਹੈ। ਸਹੀ ਸਰ, ਤੁਸੀਂ ਗੱਲ ਕੀਤੀ ਕਿ ਉਦੋਂ ਫਿਰ ਪਤਾ ਨਹੀਂ ਲੱਗਦਾ ਇਨਸਾਨ ਨਜ਼ਮ ਲਿਖ ਰਿਹਾ ਜਾਂ ਗਜ਼ਲ ਲਿਖ ਰਿਹਾ, ਕਿਉਂਕਿ ਅਲਫਾਜ਼ ਆ ਰਹੇ ਹੁੰਦੇ ਨੇ ਜ਼ੇਨ 'ਚ ਤੇ ਤੁਸੀਂ ਕਾਗਜ਼ ਤੇ ਉਤਾਰਦੇ ਹੋ। ਤੇ ਅਗਰ ਤੁਸੀਂ ਕਹਿਣਾ ਚਾਹੋ ਕਿ ਮੈਂ ਗਜ਼ਲ ਲਿਖਣ ਲੱਗਾ ਜਾਂ ਮੈਂ ਨਜ਼ਮ ਲਿਖਣ ਲੱਗਾ, ਐਸਾ ਮੁਮਕਿਨ ਹੈ? ਕਿਉਂਕਿ ਤੁਹਾਡੀ ਗੱਲ ਤੋਂ ਲੱਗਦਾ ਹੈ ਕਿ ਜੇ ਤੁਹਾਡਾ ਜ਼ਿਹਨ ਬਣ ਰਿਹਾ ਹੈ ਕਿ ਤੁਸੀਂ ਕਿਸੇ ਵੱਲ ਸੋਚ ਰਹੇ ਹੋ, ਕਿਸੇ ਨਜ਼ਮ ਦੇ ਬਾਰੇ ਸੋਚ ਰਹੇ ਹੋ, ਤੁਸੀਂ ਨਜ਼ਮ ਲਿਖਣਾ ਚਾਹ ਰਹੇ ਹੋ, ਕਦੀ ਇੱਦਾਂ ਹੋਇਆ ਕਿ ਨਜ਼ਮ ਲਿਖਦੇ ਤੁਸੀਂ ਨਹੀਂ, ਨਜ਼ਮ ਨੂੰ ਛੱਡੋ, ਗਜ਼ਲ ਦੇ ਵਿੱਚ ਤੁਹਾਡਾ ਦਿਲਚਸਪੀ ਹੋ ਜਾਏ, ਤੁਸੀਂ ਫੌਰਨ ਗਜ਼ਲ ਉਤਾਰ ਲਓ? ਐਸਾ ਹੁੰਦਾ ਹੈ, ਐਸਾ ਬਹੁਤ ਵਾਰ ਹੁੰਦਾ ਹੈ ਕਿ ਬੰਦਾ ਜ਼ੇਨ ਇਹ ਬਣਾਉਂਦਾ ਹੈਗਾ ਜੋ ਤਬਾ ਮੌਜੂ ਹੁੰਦੀ ਹੈ, ਤਬੀਅਤ ਮੌਜੂ ਹੁੰਦੀ ਹੈ ਕੁਝ ਲਿਖਣ ਤੇ, ਕਿ ਉਹ ਮੈਂ ਕੋਈ ਨਜ਼ਮ ਲਿਖਾਂ, ਲੇਕਿਨ ਅਚਾਨਕ ਬੈਠੇ ਕੋਈ ਗਜ਼ਲ ਦਾ ਜਿਹੜਾ ਮਤਲਬ ਹੈ ਉਹ ਨਿਕਲ ਆਉਂਦਾ ਤੇ ਫਿਰ ਬੰਦਾ ਉਧਰ ਤੁਰ ਪੈਂਦਾ ਜੀ। ਤੇ ਇਹਦਾ ਹੋ ਸਕਦਾ ਹੈ, ਮੁਮਕਿਨ ਹੈ। ਸਹੀ ਹੋ ਗਿਆ, ਠੀਕ ਹੈ। ਤਾਂ ਸਰ ਕੋਈ ਇੱਕ ਜਦੋਂ ਤੁਸੀਂ 9th 10th 'ਚ ਪੜ੍ਹਦੇ ਸੀ, ਤੁਸੀਂ ਆਪਣੇ ਟੀਚਰ ਤੋਂ ਸਿੱਖਿਆ, ਉਹਨਾਂ ਨੂੰ ਸਮਝਿਆ ਕਿ ਗਜ਼ਲ ਕੀ ਹੈ ਤੇ ਨਜ਼ਮ ਕੀ ਹੈ, ਦੋਨਾਂ ਵਿੱਚ ਫਰਕ ਆਇਆ। ਪਹਿਲਾ ਸ਼ੇਰ ਕਿਹੜਾ ਸੀ, ਯਾਦ ਹੈ ਤੁਹਾਨੂੰ, ਜਦੋਂ ਪਹਿਲਾਂ ਤੁਸੀਂ ਲਿਖਿਆ ਸੀ? ਉਸ ਵੇਲੇ ਤੇ ਉਰਦੂ ਲਿਖਿਆ ਨਾ, ਪਹਿਲੇ 2-3 ਸਾਲ ਤੇ ਉਰਦੂ ਲਿਖਿਆ। ਅੱਛਾ। ਫਿਰ ਉਸ ਤੋਂ ਬਾਅਦ ਵਿੱਚ ਜਿਸ ਵੇਲੇ ਸਿਆਣਿਆਂ ਕੋਲ ਬੈਠੇ ਆ, ਉਹ ਲੋਕ ਜਿਹੜੇ ਪੰਜਾਬੀ ਜ਼ੁਬਾਨ ਨੂੰ ਸਮਝਦੇ ਸੀ, ਪੰਜਾਬੀ ਜ਼ੁਬਾਨ ਨਾਲ ਉਹਨਾਂ ਦਾ ਸਾਡੇ ਨਾਲੋਂ ਜ਼ਿਆਦਾ ਮੋਹ ਪਿਆਰ ਸੀ, ਉਹਨਾਂ ਕੋਲ ਜਿਸ ਵੇਲੇ ਬੈਠੇ ਆ, ਉਹਨਾਂ ਫਿਰ ਸਮਝਾਇਆ ਕਿ ਨਹੀਂ ਤੁਸੀਂ ਨਾ ਪੰਜਾਬੀ ਕਹੋ। ਔਰ ਮੈਂ ਸਮਝਦਾ ਹੈ ਕਿ ਉਹਨਾਂ ਵਿੱਚ ਬਾਬਾ ਸਤਾਰ ਸ਼ਾਹਿਦ, ਉਹਨਾਂ ਵਿੱਚ ਅਫਜ਼ਲ ਸਾਇਰ, ਉਹਨਾਂ ਵਿੱਚ ਵਾਰਿਸ ਅਲੀ ਵਾਰਿਸ, ਉਹਨਾਂ ਵਿੱਚ ਤਾਰਕ ਗੁੱਜਰ, ਉਹਨਾਂ ਵਿੱਚ ਰਿਆਜ਼ ਸ਼ਾਹਿਦ, ਮੇਰੇ ਬਹੁਤ ਸਾਰੇ ਦੋਸਤ ਨੇ
ਉਹਨਾਂ ਵਿੱਚ। ਅੱਛਾ ਉਸ ਤੋਂ ਬਾਅਦ ਵਿੱਚ ਅਸੀਂ ਆਏ ਹਾਂ ਹੁਣ ਜਿਹੜਾ ਮੈਂ ਪਹਿਲਾ ਸ਼ੇਰ ਕਿਹਾ ਉਰਦੂ ਜ਼ੁਬਾਨ ਵਿੱਚ ਕਿਹਾ। ਅੱਛਾ ਸਹੀ। ਤੇ ਸਰ ਕੀ ਉਹਦੀ ਬੈਕਐਂਡ ਦੀ ਸਟੋਰੀ ਕੀ ਸੀ? ਨਜ਼ਮ ਸੀ, ਗਜ਼ਲ ਸੀ, ਉਹਦੇ ਹੀ ਬੈਠੇ ਬੈਠੇ ਆਪਣੇ ਬਾਰੇ ਕਹਿਤਾ, ਦੋਸਤ ਬਾਰੇ ਕਹਿਤਾ, ਕੀ ਚੱਲ ਕੀ ਰਿਹਾ ਸੀ ਜ਼ਿਹਨ 'ਚ? ਨਹੀਂ ਕੋਈ ਸਪੈਸ਼ਲ ਤੇ ਨਹੀਂ ਸੀ ਚੱਲ ਰਿਹਾ, ਬਸ ਇੱਕ ਕਾਫੀਆ ਰਦੀਫ ਦੀ ਸਮਝ ਸੀ। ਅੱਛਾ ਕਿਉਂਕਿ ਸਾਨੂੰ ਪੜ੍ਹਾਇਆ ਸਾਡੇ ਟੀਚਰ ਨੇ ਬਹੁਤ ਅੱਛੇ ਅੰਦਾਜ਼ ਨਾਲ ਸੀ। ਸਾਨੂੰ ਸਾਰੇ ਜਿਹੜੇ ਢੰਗ ਹੈ, ਤਰੀਕੇ ਹੈ ਲਿਖਣ ਦੇ, ਉਹ ਲਿਖਣ ਦੇ ਵੀ ਦੱਸ ਦਿੱਤੇ ਸੀ ਅੱਛਾ ਕਿਵੇਂ, ਅੱਛਾ ਕਿਉਂਕਿ ਉਹ ਖੁਦ ਸ਼ੇਰ ਕਹਿੰਦੇ ਸੀ ਨਾ ਜੀ, ਸਹੀ ਖੁਦ ਸ਼ੇਰ ਕਹਿੰਦੇ ਸੀ। ਗੁਲਜ਼ਾਰ ਅਕਬਰ ਸਾਹਿਬ ਦਾ ਨਾਂ ਸੀ। ਸਹੀ। ਤੇ ਉਹਨਾਂ ਨੇ ਦੱਸਦਾ ਸੀ ਉਹ ਕਾਫੀਆ ਰਦੀਫ ਜਿਹੜਾ ਆ, ਉਹ ਜਿਹੜੇ ਗਜ਼ਲ ਦੇ ਜਿਹੜਾ ਉਹਦੀ ਸ਼ਕਲ ਹੈ ਉਹ ਜ਼ਿਹਨ ਵਿੱਚ ਸੀ, ਸਹੀ। ਉਹ ਫਿਰ ਉਸ ਹਿਸਾਬ ਨਾਲ ਸ਼ੇਰ ਤੇ ਆ ਗਿਆ। ਸ਼ੇਰ ਤੇ ਆ ਗਿਆ, ਸਹੀ ਹੈ ਬਹੁਤ। ਇਹ ਮੈਂ ਨਾ ਦੇਖਿਆ ਜਾਏ ਤੇ ਅੱਜ ਕੱਲ ਜਿਹੜੇ ਉਰਦੂ ਦੇ ਟੀਚਰ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਡਿਟੇਲ 'ਚ ਨਹੀਂ ਪੜਾਇਆ ਜਾਂਦਾ ਕਿ ਮਤਲਾ ਕੀ ਹੈ, ਮਕਤਾ ਕੀ ਹੈ, ਤਖੱਲਸ ਕਿੱਥੇ ਆਂਦਾ ਹੈ ਤੇ ਸ਼ੁਰੂ ਕਿਦਾਂ ਕਰੀਦਾ ਹੈ, 5 ਬੰਦ ਹੈ 4 ਬੰਦ ਹੈ, ਇਹ ਨਹੀਂ ਦੱਸਿਆ ਜਾਂਦਾ। ਅਸਲ ਵਿੱਚ ਹੁਣ ਉਰਦੂ ਨੂੰ ਬਹੁਤ ਈਜ਼ੀ ਲੈ ਲਿਆ ਵਾ, ਉਰਦੂ ਨੂੰ ਸਬਜੈਕਟ ਸਮਝਿਆ ਹੀ ਨਹੀਂ ਜਾ ਰਿਹਾ, ਉਰਦੂ ਵੱਲ ਉਸ ਤਰ੍ਹਾਂ ਦਾ ਧਿਆਨ ਕੀਤਾ ਹੀ ਨਹੀਂ ਜਾ ਰਿਹਾ। ਉਰਦੂ ਜਿੰਨੇ ਵੀ ਬਾਕੀ ਸਬਜੈਕਟ ਨੇ, ਸਾਇੰਸ ਦੇ ਸਬਜੈਕਟ ਹੈਗੇ ਨੇ, ਉਸ ਨੂੰ ਜ਼ਿਆਦਾ ਉਹਨੂੰ ਦੇਖਦੇ ਨੇ, ਪੇਰੈਂਟਸ ਵੀ ਦੇਖਦੇ ਨੇ, ਟੀਚਰ ਵੀ ਦੇਖਦੇ ਨੇ ਔਰ ਸਟੂਡੈਂਟ ਵੀ ਦੇਖਦੇ ਨੇ, ਔਰ ਉਰਦੂ ਨੂੰ ਸਮਝਦੇ ਆ ਕਿ ਬਸ ਆ ਹੀ ਜਾਣੀ ਹੈ ਤੇ ਆਪਣੀ ਘਰ ਦੀ ਜ਼ੁਬਾਨ ਹੈ। ਹਾਲਾਂਕਿ ਉਰਦੂ ਦੀ ਇੱਕ ਇੱਕ ਲਾਈਨ ਵਿੱਚ 2-2 4-4 ਐਸੇ ਲਫ਼ਜ਼ ਨਿਕਲਦੇ ਨੇ ਜਿਨ੍ਹਾਂ ਦੇ ਪਿੱਛੇ ਬਾਕਾਇਦਾ ਇੱਕ ਮਤਲਬ ਉਹਦੇ ਮੁਹਾਵਰੇ, ਇੱਕ ਕਹਾਣੀ ਆ, ਇੱਕ ਉਹਨੂੰ ਪੂਰਾ ਭੇਦ ਖੋਲਣ ਵਾਲੀ ਗੱਲ ਆ। ਬੇਸ਼ੱਕ ਉਰਦੂ ਅਸੀਂ ਈਜ਼ੀ ਲੈ ਲਿਆ ਨਾ, ਉਹ ਲੋਕ ਜਿਹੜੇ ਉਰਦੂ ਪੜ੍ਹਾਉਂਦੇ ਸੀ ਉਹ ਬਹੁਤ ਘੱਟ ਰਹਿ ਗਏ ਨੇ। उर्दू जब देखा जाए तो बहुत मुश्किल जुबान है। उर्दू बोलना ਤੇ ਉਰਦੂ ਪੜ੍ਹਨਾ ਬਹੁਤ ਫਰਕ ਹੈ। ਜੇ ਕਿਹਾ ਜਾਏ ਜ਼ਮੀਨ ਆਸਮਾਨ ਦਾ ਫਰਕ ਹੈ। ਜਿਹੜੀ ਉਰਦੂ ਅਸੀਂ ਬੋਲਦੇ ਆ ਜਾਂ ਜਿਹੜੀ ਉਰਦੂ 'ਚ ਗੱਲ ਕਰਦੇ ਆ ਤੇ ਜਿਹੜਾ ਉਰਦੂ ਪੜ੍ਹਨਾ ਹੈ ਬਹੁਤ ਫਰਕ ਹੈ। ਅਸੀਂ ਤੇ ਮੇਰਾ ਖਿਆਲ 'ਚ ਇੱਕ ਲਫ਼ਜ਼ ਪੜ੍ਹ ਲਈਏ ਤੇ ਪਿੱਛੇ ਦੀ ਹਿਸਟਰੀ ਡਿਕਸ਼ਨਰੀ ਖੋਲੋ ਉਰਦੂ ਦੀ, ਕੀ ਹੈ, ਕਿੱਥੋਂ ਆਇਆ, ਕੀ ਮਤਲਬ ਸੀ, ਤੇ ਜਾਓ ਬਜ਼ੁਰਗਾਂ ਕੋਲੋਂ ਪੁੱਛੋ ਜਾ ਕੇ। ਤੇ ਸਰ ਉਹ ਚੀਜ਼ ਨਹੀਂ ਰਹੀ। ਵਾਕਈ ਤੁਸੀਂ ਸਹੀ ਕਹਿ ਰਹੇ ਹੋ ਕਿ ਸਾਇੰਸ ਸਬਜੈਕਟ ਆ ਗਏ, ਮੈਡੀਕਲ ਆ ਗਿਆ, ਡਾਕਟਰ ਆ ਗਿਆ, ਹਰ ਦੂਸਰਾ ਤੀਸਰਾ ਰੁਝਾਨ ਹੀ ਬੱਚਿਆਂ ਦਾ ਉਧਰ ਆ, ਪੇਰੈਂਟਸ ਦਾ ਵੀ ਉਧਰ ਆ ਜੀ। ਤੇ ਤੁਸੀਂ ਕੀ ਕਹਿੰਦੇ ਹੋ ਕਿੱਦਾਂ ਇਹ ਨਹੀਂ ਹੋਣਾ ਚਾਹੀਦਾ? ਅਮੂਮੀ ਤੌਰ 'ਤੇ ਜੇ ਮੇਰੇ ਨਜ਼ਰ ਨਾਲ ਵੇਖਿਆ ਜਾਏ ਤੇ ਬਰਾਬਰੀ ਹੋਣੀ ਚਾਹੀਦੀ ਹੈ। ਤੁਸੀਂ ਕੀ ਕਹਿੰਦੇ ਹੋ ਇਸ ਬਾਰੇ 'ਚ? ਹਾਂ ਬਿਲਕੁਲ ਹੋਣੀ ਚਾਹੀਦੀ। ਤਮਾਮ ਜਿੰਨੇ ਵੀ ਮਜ਼ਾਮੀਨ ਆ ਉਹਨਾਂ ਵੱਲ ਧਿਆਨ ਹੋਣਾ ਚਾਹੀਦਾ ਤਾਲਬ ਇਲਮ। बेशक सही है, क्योंकि जदों तक इक्वलिटी नहीं आएगी मज़ा नहीं आएगा। उर्दू का अपना स्वाद है, बायो का अपना स्वाद है, तो पंजाबी का अपना, जिदा तुसीं कहंदे पंजाबी दी अपनी चस है। जी जी। तो सर एक गज़ल दी फरमाइश मैं करना चाहती, तुहाडी मोस्ट फेवरेट, तुहाडे दिल दे बहुत करीब होए, ते तुसीं मैनूं दसियो ये भी नाल कि कदों लिखी सी, बैक एंड दी स्टोरी भी दसियो कि ये सीन होया सी, ये नज़र आया सी, ये सोचिया सी, दैन खूबसूरत गज़ल तुसीं पेपर ते उतारी। ठीक। ये गज़ल 2-4 साल पुरानी गज़ल है। हनेरा शूकदा फिरदा यारो शहर दे अंदर, किसे सूरज नू रल मिल के उतारो शहर दे अंदर। वाह। ये सांझा रहन दो भलियो मुहब्बत लई जरूरी ने, ये सांझा रहन दो भलियो मुहब्बत लई जरूरी ने, नवी दीवार ना कोई उसारो शहर दे अंदर। गुलाबो खिड़दियो भावें विछो ना रस्तियां उत्ते, गुलाबो खिड़दियो भावें विछो ना रस्तियां उत्ते, ऐ पर कंडियालड़ी रुत ना खिलारो शहर दे अंदर। किसे दरवेश दे वांगू तवक्कल कर लिया जाए, हयाती पंछियां वांगू गुजारो शहर दे अंदर। और शेर है कि नतारा कर नहीं सकते कदे वासी जंगल दे, जे मैनू मारना लाजिम ते मारो शहर दे। वाह की खूबसूरत गल कैसी कही है, बहुत ज़बरदस्त कलाम। एक एक कलाम, एक एक लफ्ज़, एक एक जरा मकता है, मतलब बहुत खूबसूरत है, बहुत खूबसूरत सर, बहुत ज़बरदस्त। सर अपनी किताबों बारे थोड़ा जिहा दस्सिओ कि एक किताब तो बाद दूजी, दूजी तो बाद तीजी। अच्छा शायरां विच ना नाज़रीन एक गल बड़ी एक आम जी हुंदी है, एक किताब आ जाए ना तो थोड़े ਜਿਹੇ ਢਿੱਲੇ ਪੈ ਜਾਂਦੇ ਨੇ। ਇੱਕ ਆ ਗਈ ਹੈ, ਪਹਿਲਾਂ ਉਹਦੇ ਤੋਂ ਸ਼ੋਹਰਤ ਲੈ ਲਈ ਜਾਏ, ਪਹਿਲਾਂ ਉਹਦਾ ਰਿਸਪੌਂਸ ਵੇਖ ਲਿਆ ਜਾਏ, ਫਿਰ ਦੂਜੇ ਵੱਲ ਤੁਰਾਂਗੇ। ਲੇਕਿਨ ਤੁਹਾਡੀ ਇੱਕ, ਫਿਰ ਇੱਕ ਤੋਂ ਬਾਅਦ ਦੂਜੀ, ਤੇ ਦੂਜੀ ਤੋਂ ਬਾਅਦ ਤੀਸਰੀ ਦਾ ਸਫ਼ਰ, ਤੇ ਮਾਸ਼ਾਅੱਲਾ ਤਿੰਨਾਂ ਦਾ ਕਾਮਯਾਬ ਸਫ਼ਰ। ਸਰ ਕੀ ਮਾਸ਼ਾਅੱਲਾ ਇੱਕ ਤੇ ਅੱਲਾ ਦੀ ਰਹਿਮਤ ਬਹੁਤ ਜ਼ਿਆਦਾ ਹੈ, ਦੂਸਰਾ ਸਰ ਕੀ ਫੀਡਬੈਕ ਮਿਲਿਆ ਪਹਿਲੇ ਤੋਂ, ਫਿਰ ਦੂਜੀ ਦਾ ਸਫ਼ਰ ਤੁਸੀਂ ਕੀਤਾ, ਤੇ ਕਿਦਾਂ ਤੁਹਾਡੇ ਜ਼ਿਹਨ 'ਚ ਆਇਆ ਕਿ ਹੁਣ ਤੀਸਰੀ ਵੀ ਜਾਣੀ? ਤੀਸਰੀ ਵੀ ਮੇਰੀ ਪਹਿਲੀ ਕਿਤਾਬ ਜਿਹੜੀ ਹੈ ਨਾ ਉਹ 2003 ਵਿੱਚ ਛਪੀ ਹੈ, ਹਵਾਵਾਂ ਜ਼ਹਿਰ ਪਿਆਲੇ ਪੀਤੇ। ਉਸ ਵੇਲੇ ਮੇਰੀ ਏਜ ਸੀ 27 ਵਰੇ, 27 ਸਾਲ ਦਾ ਸੀ ਮੈਂ। ਅੱਛਾ ਉਸ ਵੇਲੇ ਬਹੁਤ ਘੱਟ, ਇਹ ਰੁਝਾਨ ਬਹੁਤ ਘੱਟ ਸੀ ਕਿ 26-27 ਸਾਲ ਦਾ ਜਿਹੜਾ ਮਤਲਬ ਯੰਗ ਬਲੱਡ ਹੈ, ਨੌਜਵਾਨ ਹੈ, ਉਹ ਕਿਤਾਬ ਛਾਪ ਲੈ।
ਅਕਸਰ ਜਿਹੜੇ ਉਸ ਵੇਲੇ ਬਜ਼ੁਰਗ ਸਨ ਕਹਿੰਦੇ ਹੁੰਦੇ ਸੀ ਯਾਰ ਅਜੇ ਨਹੀਂ ਹੋ 20 ਸਾਲ ਠਹਿਰ ਲਾ, ਲੇਕਿਨ ਮੈਂ ਉਹ ਛਾਪ ਲਈ ਔਰ 2003 'ਚ ਉਸ ਵੇਲੇ 2003 'ਚ 63 ਕਿਤਾਬਾਂ ਛਪੀਆਂ, ਸ਼ਾਇਦ ਇਸ ਤੋਂ ਜ਼ਿਆਦਾ ਛਪੀਆਂ ਹੋਣ, ਲੇਕਿਨ ਇੱਕ ਬਹੁਤ ਵੱਡਾ ਅਦਾਰਾ ਹੈ ਮਸੂਦ ਖੱਦਰਪੁਰ ਟਰਸਟ ਲਾਹੌਰ ਦਾ ਇੱਕ ਅਦਾਰਾ ਹੈ ਜਿਹੜੇ ਕਿ ਪੰਜਾਬੀ ਕਿਤਾਬਾਂ ਤੇ ਐਵਾਰਡ ਦਿੰਦੇ ਨੇ। ਉਹਨਾਂ ਨੂੰ ਵਸੂਲ ਹੋਈਆਂ 63 ਕਿਤਾਬਾਂ, ਹੋ ਸਕਦਾ 70 ਛਪੀਆਂ ਹੋਣ ਉਸ ਬਾਰੇ, ਔਰ ਮੈਨੂੰ 2003 'ਚ ਜਿਹੜੀਆਂ ਛਪੀਆਂ ਕਿਤਾਬਾਂ ਨੇ ਉਹਨਾਂ ਵਿੱਚੋਂ ਦੂਜਾ ਐਵਾਰਡ ਮਿਲਿਆ। ਮਾਸ਼ਾਅੱਲਾ। ਜਦ ਕਿ ਮੁਕਾਬਲੇ ਵਿੱਚ ਜਿਹੜੇ ਰਲਤੀ ਸਨ, ਸ਼ਾਇਰ ਸਨ ਮੁਕਾਬਲੇ ਵਿੱਚ, ਉਹ ਸਾਰੇ ਮੇਰੇ ਤੋਂ ਉਮਰੋਂ ਵੱਡੇ ਸਨ। ਉਹ ਐਸੀ ਕੋਈ ਮਤਲਬ ਹੌਸਲਾ ਅਫਜ਼ਾਈ ਮਿਲੀ ਹੈ, ਸਲਾਨਾ ਮਿਲੀ ਹੈ, ਉਹ ਹਿੰਮਤ ਵਧੀ ਹੈ। ਫਿਰ ਅਗਲੀ ਕਿਤਾਬ 2005 ਵਿੱਚ ਆਈ, ਉਸ ਨੂੰ ਵੀ ਐਵਾਰਡ ਮਿਲੇ, ਬਹੁਤ ਜ਼ਿਆਦਾ ਐਵਾਰਡ ਮਿਲੇ। ਫਿਰ ਅਗਲੀ ਕਿਤਾਬ 2010 ਵਿੱਚ ਆਈ। ਜਦੋਂ ਹਲਾਸ਼ੇਰੀ ਮਿਲਦੀ ਹੈ, ਜਦੋਂ ਸਲਾਨਾ ਮਿਲਦੀ, ਜਦੋਂ ਸ਼ਾਬਾਸ਼ ਮਿਲਦੀ ਹੈ, ਫਿਰ ਇਨਸਾਨ ਦੇ ਅੰਦਰ ਇੱਕ ਖੁਦ ਬ ਖੁਦ ਇੱਕ ਜਜ਼ਬਾ ਪੈਦਾ ਹੁੰਦਾ, ਇੱਕ ਬਲਬਲਾ ਪੈਦਾ ਹੁੰਦਾ। ਸਾਰੇ ਸੀਨੀਅਰ ਬੈਠੇ ਹੋਣ ਨਾਜ਼ਰੀਨ, ਸਾਰੇ ਵੱਡੇ ਬੈਠੇ ਹੋਣ, ਉਮਰਾਂ 'ਚ ਬਹੁਤ ਫਰਕ ਹੋਏ, ਸ਼ਾਇਰ ਹੋਣ, ਤੇ ਤੁਹਾਨੂੰ ਉਸ ਹਲਕੀ ਜਿਹੀ ਉਮਰ 'ਚ ਤੁਹਾਨੂੰ ਅਵਾਰਡ ਮਿਲੇ, ਜਦੋਂ ਤੁਸੀਂ ਕਹਿੰਦੇ ਹੋ ਕਿ ਨਹੀਂ ਹਲੇ ਤੇ 10-20 ਸਾਲ ਠਹਿਰ ਕੇ ਕਿਤਾਬ ਛਪਣੀ ਚਾਹੀਦੀ ਸੀ, ਤਾਂ ਬਹੁਤ ਪਹਿਲਾਂ ਲੈ ਲੈਣਾ ਵਾਕਈ ਬਹੁਤ ਮੋਟੀਵੇਸ਼ਨ ਦੀ ਗੱਲ ਹੁੰਦੀ ਹੈ। ਬਲਕਿ ਇੱਕ ਇਹ ਮੇਰੀ ਤਰਫੋਂ ਇੱਕ ਰੁਝਾਨ ਮਿਲਿਆ, ਜਿਸਲੇ 26 ਸਾਲ ਮੇਰੀ ਏਜ ਸੀ, ਪਹਿਲੀ ਕਿਤਾਬ ਮੈਂ ਛਾਪੀ, ਉਸਲੇ ਬਹੁਤ ਰਿਵਾਜ ਹੀ ਨਹੀਂ ਸੀ ਉਸ ਉਮਰ 'ਚ ਕਿਤਾਬ ਛਪਣ ਦਾ। ਲੇਕਿਨ ਉਸ ਤੋਂ ਬਾਅਦ ਇਹ ਚੇਂਜ ਵੀ ਹੋਇਆ। ਮੈਂ ਸਿਰਫ ਪੰਜਾਬੀ ਅਦਬ ਦੀ ਗੱਲ ਕਰ ਰਿਹਾ, ਉਰਦੂ ਅਦਬ ਦੀ ਗੱਲ ਨਹੀਂ ਕਰ ਰਿਹਾ। ਉਸ ਤੋਂ ਬਾਅਦ ਇਹ ਚੇਂਜ ਵੀ ਹੋਇਆ ਕਿ 19 ਸਾਲ ਦੇ ਮੁੰਡੇ ਨੇ ਵੀ ਕਿਤਾਬ ਛਾਪੀ, 22 ਸਾਲ ਦਿਆਂ ਨੇ ਵੀ ਛਾਪੀ ਹੈ, 23 ਸਾਲ ਦਿਆਂ ਨੇ ਵੀ ਛਾਪੀ ਹੈ। ਉਹ ਇੱਕ ਰੂਟੀਨ ਬਣ ਗਈ ਨਾ। ਤੁਸੀਂ ਸ਼ੁਰੂਆਤ ਕਰਦੇ, ਤੁਸੀਂ ਪਤਾ ਸੱਟਤਾ, ਤੁਸੀਂ ਕਿਹਾ ਹੁਣ ਆ ਜਾ ਮੇਰੇ ਪਿੱਛੇ ਜੀ। ਤਾਂ ਉਹ ਕੀ ਕਹਿਣਾ ਚਾਹੁੰਦੇ ਸਰ? ਤੁਸੀਂ ਗੱਲ ਕੀਤੀ ਬਹੁਤ ਜ਼ਬਰਦਸਤ, 20 ਸਾਲ ਦੇ ਬੱਚੇ ਨੇ ਵੀ ਕਿਤਾਬ ਛਾਪੀ ਤੇ 19 ਸਾਲ ਦੇ ਬੱਚੇ ਨੇ ਵੀ ਕਿਤਾਬ ਛਾਪੀ। ਸਰ ਜੇ ਅਸੀਂ ਗੱਲ ਕਰੀਏ ਅੱਜ ਕੱਲ੍ਹ ਦੇ ਨੌਜਵਾਨ ਬੱਚਿਆਂ ਦੀ, ਤੇ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੈ, ਇੰਨਾ ਇਲਮ ਨਹੀਂ ਹੈ, ਬਸ ਉਹ ਪਿੱਛੇ ਦੌੜੇ ਨੇ। ਅੱਜ ਕੱਲ੍ਹ ਜਿਹੜਾ ਸੁਸਾਇਟੀ ਹੈ, ਜਿਹੜਾ ਮੁਆਸ਼ਰਾ ਹੈ, ਬਸ ਇੱਕ ਦੂਜੇ ਦੇ ਪਿੱਛੇ ਨੱਸ ਰਹੇ ਨੇ। ਉਹਨਾਂ ਨੂੰ ਸਹੀ ਮਤਲਬ ਨਹੀਂ ਪਤਾ ਕਿ ਜੇ ਅਸੀਂ ਸ਼ਾਇਰੀ ਕਰਨੀ ਹੈ ਤੇ ਕਿੱਦਾਂ ਕਰਨੀ ਹੈ। ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜੇ ਉਹਨਾਂ ਦੇ ਸ਼ੌਕ ਹੈਗਾ ਕੁਝ ਲਿਖਣ ਦਾ, ਤੇ ਕੀ ਕਰਨਾ ਚਾਹੀਏ ਉਹਨਾਂ ਨੂੰ? ਕਿੱਦਾਂ ਦੇ ਸ਼ਾਇਰਾਂ ਨੂੰ ਪੜ੍ਹਨਾ ਚਾਹੀਦਾ, ਕਿੱਦਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਕੀ ਕਹਿਣਾ ਚਾਹੋਗੇ? ਮੇਰਾ ਇਹ ਖਿਆਲ ਹੈ ਕਿ ਨਾ ਸਿਰਫ ਨੌਜਵਾਨ, ਬਲਕਿ ਸਾਡੇ ਜਿਹੜੇ ਪੰਜਾਬੀ ਸ਼ਾਇਰ ਨੇ, ਪੰਜਾਬੀ ਲਿਖਾਰੀ ਨੇ, ਉਹਨਾਂ ਵਿੱਚੋਂ ਜ਼ਿਆਦਾ ਪੜ੍ਹਦੇ ਨਹੀਂ ਹੈਗੇ, ਲਿਖਦੇ ਆ। ਪੜ੍ਹਦੇ ਬਹੁਤ ਥੋੜ੍ਹੇ ਆ, ਲਿਖਦੇ ਆ। ਮਾਈਂਡ ਜ਼ੇਨ ਇਹ ਬਣਾਉਣਾ ਚਾਹੀਦਾ, ਰਿਵਾਜ ਇਹ ਪੈਦਾ ਕਰਨਾ ਚਾਹੀਦਾ ਕਿ ਸਾਨੂੰ ਪੜ੍ਹਨਾ ਚਾਹੀਦਾ, ਸਾਨੂੰ ਪੜ੍ਹਨਾ ਚਾਹੀਦਾ। ਔਰ ਫਿਰ ਇੱਕ ਹੋਰ ਗੱਲ ਹੈ, ਪੜ੍ਹਨ ਤੋਂ ਫੌਰੀ ਬਾਅਦ ਲਿਖਣਾ ਨਹੀਂ ਚਾਹੀਦਾ। ਪੜ੍ਹਨ ਤੋਂ ਬਾਅਦ ਚਿੱਥਣਾ ਚਾਹੀਦਾ, ਉਹਨੂੰ ਸਮਝਣਾ ਚਾਹੀਦਾ, ਉਹਨੂੰ ਦਿਮਾਗ 'ਚ ਰੱਖਣਾ ਚਾਹੀਦਾ, ਉਹਨੂੰ ਭੁੱਲਣਾ ਚਾਹੀਦਾ, ਉਹਦਾ ਵਿਸਾਰਨਾ ਜ਼ਰੂਰੀ ਹੈ। ਨਹੀਂ ਤੇ ਅਗਰ ਤੁਸੀਂ ਕਿਸੇ ਨੂੰ ਵੀ ਪੜ੍ਹਨ ਤੋਂ ਫੌਰਨ ਬਾਅਦ ਲਿਖੋਗੇ, ਤੁਹਾਡੇ ਤੇ ਜਿਹੜਾ ਉਸ ਦਾ ਡਿਕਸ਼ਨ ਹੈ, ਉਸ ਦਾ ਜਿਹੜਾ ਸਲੂਬ ਹੈ, ਉਹ ਗਾਲਿਬ ਆਏਗਾ। ਤੁਸੀਂ ਉਹਦੇ ਰੰਗ 'ਚ ਲਿਖੋਗੇ। ਅੱਜ ਕੱਲ੍ਹ ਦੇ ਨੌਜਵਾਨਾਂ 'ਚ ਇਹ ਬਿਮਾਰੀ ਆਮ ਪਾਈ ਜਾਂਦੀ ਹੈ। ਪਹਿਲੀ ਗੱਲ ਤੇ ਹੈ ਪੜ੍ਹਦੇ ਹੀ ਨਹੀਂ, ਦੂਸਰੀ ਗੱਲ ਹੈ ਕਿ ਜੇ ਪੜ੍ਹਦੇ ਫੌਰਨ ਉਸ ਦੇ ਢੰਗ 'ਚ ਲਿਖਣ ਦੀ ਕੋਸ਼ਿਸ਼ ਕਰਦੇ। ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨਾ ਚਾਹੀਦਾ, ਜ਼ਿਆਦਾ ਤੋਂ ਜ਼ਿਆਦਾ ਪੜ੍ਹਨਾ ਚਾਹੀਦਾ, ਸਮਝਣਾ ਚਾਹੀਦਾ। ਅੱਜ ਕੱਲ੍ਹ ਦਾ ਨੌਜਵਾਨ ਕਿਹੜੀ ਗੱਲ ਪਿੱਛੇ ਭੱਜਿਆ ਕਿ ਲੋ ਜੀ ਇੱਕ ਗਜ਼ਲ ਮੈਂ ਕਹਿ ਲਈ ਹੈ, ਉਸ ਨੂੰ ਜਨਾਬ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿਓ, ਉਸ ਤੇ ਜਨਾਬ ਲਾਈਕ ਮਿਲਣ, ਕਮੈਂਟਸ ਮਿਲਣ, ਰੌਲਾ ਰੱਪਾ ਪੈ ਜਾਏ, ਖੱਪ ਪੈ ਜਾਏ, ਪੂਰੇ 5 ਮਿੰਟ ਨਹੀਂ ਲੱਗਦਾ ਹੈਗਾ। ਇੱਕ ਬਹੁਤ ਸੀਨੀਅਰ ਬੰਦਾ ਜਿਹੜਾ ਕਿ ਇਹ ਉਸ ਹੱਦ ਤੱਕ ਅਟੈਚ ਹੀ ਨਹੀਂ ਮੀਡੀਆ ਨਾਲ, ਉਸ ਦੀ ਗਜ਼ਲ ਵੀ ਹੁੰਦੀ ਹੈ, ਔਰ ਇੱਕ ਜਿਹੜਾ ਨੌਜਵਾਨ ਉਸ ਦੀ ਗਜ਼ਲ ਵੀ ਹੁੰਦੀ ਆ। ਨੌਜਵਾਨ ਨੂੰ 750 ਕਮੈਂਟਸ ਮਿਲਦਾ ਆ, ਜਿਹੜਾ ਪੁਰਾਣਾ ਬਾਬਾ 70 ਸਾਲ ਦਾ ਉਹਨੂੰ 20 ਕਮੈਂਟਸ ਮਿਲਦੇ ਆ। ਨੌਜਵਾਨ ਹੀ ਸਮਝਦਾ ਬੱਲੇ 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 ਬੱਲੇ, ਮੈਂ ਬਹੁਤ ਅੱਗੇ ਚਲਾ ਗਿਆ। ਸਰ ਇੱਕ ਬੜੀ ਮਜ਼ੇ ਦੀ ਗੱਲ ਤੁਸੀਂ ਕੀਤੀ, ਕਮੈਂਟਸ ਮਿਲਦੇ ਨੇ ਤੇ ਕਮੈਂਟਸ ਲਿਖਣ ਵਾਲਾ ਤੇ ਲਿਖਦਾ ਹੈ, ਪੜ੍ਹਨ ਵਾਲੇ ਵੀ ਅੱਗੇ ਕਮੈਂਟਸ ਉਹਦਾ ਜਵਾਬ ਦੇ ਰਹੇ ਹੁੰਦੇ ਨੇ। ਬਹੁਤ ਸਾਰੇ ਕਮੈਂਟਸ ਐਸੇ ਹੁੰਦੇ ਨੇ ਜਿਹੜੇ ਪੜ੍ਹਿਓ ਬਗੈਰ ਹੀ ਮਤਲਬ ਲੋਕ ਵੈਲ ਡਨ, ਬਹੁਤ ਅੱਛਾ, ਵਧੀਆ, ਜ਼ਬਰਦਸਤ, ਕਮਾਲ ਕਰ ਦਿੱਤਾ ਤੁਸੀਂ। ਇਦਾਂ ਹੀ ਹੋ ਰਿਹਾ ਹੁੰਦਾ। ਸਰ ਇੱਕ ਨਜ਼ਮ ਦੀ ਮੈਂ ਫਰਮਾਇਸ਼ ਕਰਨਾ ਚਾਹੁੰਦੀ ਹਾਂ। ਤੁਹਾਡੀ ਹਮਦ ਬਹੁਤ ਜ਼ਬਰਦਸਤ ਸੀ, ਤੁਹਾਡੀ ਗਜ਼ਲ, ਮੈਂ ਚਾਹੁੰਦੀ ਤੁਸੀਂ ਹਮਦ ਵੀ ਸਾਡੇ ਨਾਲ, ਹਮਦ ਦੇ ਨਾਲ ਨਾਲ ਗਜ਼ਲ ਦੇ ਨਾਲ ਨਾਲ ਨਜ਼ਮ ਵੀ ਸਾਡੇ ਨਾਜ਼ਰੀਨ ਦੇ ਨਾਲ ਸ਼ੇਅਰ ਕਰੋ ਜੀ। ਇੱਕ ਨਜ਼ਮ ਹੈ, ਨਜ਼ਮ ਤੇ ਬੜੀ ਤਵੀਲ ਹੈ ਮੈਂ, ਲੇਕਿਨ ਉਹਦਾ ਮੁਖਤਸਰ ਨਜ਼ਮ ਪੇਸ਼ ਕਰਾਂਗਾ। ਸੁਣ ਸਖੀਏ ਨੈਣਾ ਵਾਲੀਏ, ਅਸੀਂ ਜਿੰਦ ਗਮਾਂ ਵਿੱਚ ਗਾਲੀਏ, ਅਸੀਂ ਦਿਨ ਨੂੰ ਤਾਰੇ ਬਾਲੀਏ ਅਤੇ ਰਾਤੀ ਸੂਰਜ ਭਾਲੀਏ, ਅਸੀਂ ਪਾਗਲ ਹੋਏ, ਅਸੀਂ ਸੁਰਤ ਗਵਾ ਲਈ ਆਪਣੀ, ਅਸੀਂ ਪਾਗਲ ਹੋਏ। ਹੁਣ 100 ਚਿੜੀ ਲੱਖ ਚੂਕਨੀ, ਅਸੀਂ ਰੂਹ ਨੂੰ ਦਿੱਤਾ ਫੂਕਨੀ, ਸਾਡੇ ਅੰਦਰ ਮਰ ਗਈ ਹੂਕਨੀ, ਸਾਡੀ ਕੌਣ ਸੁਣੇਗਾ ਕੂਕਨੀ, ਅਸੀਂ ਮੋਇਆਂ ਵਰਗੇ। ਸਾਨੂੰ ਜਾਵੇ ਸਮਾਂ ਲਤਾੜਦਾ, ਅਸੀਂ ਮੋਇਆਂ ਵਰਗੇ। ਸਾਨੂੰ ਪਵੇ ਹਿਜਰ ਦੀ ਮਾਰਨੀ,
ਨਿਤ ਰਵੇ ਸਫਰ ਦਰਕਾਰ ਨਹੀਂ, ਅਸੀਂ ਭੱਜੀਏ ਪਰਲੇ ਪਾਰ ਨਹੀਂ, ਪਰ ਅੰਦਰ ਵਸਦਾ ਯਾਰ ਨਹੀਂ, ਅਸੀਂ ਅੰਨੇ ਹੋਏ। ਅਸੀਂ ਨੈਣ ਗਵਾ ਲਏ ਆਪਣੇ, ਅਸੀਂ ਅੰਨੇ ਹੋਏ। ਵਾਹ, ਅਸੀਂ ਗੁੰਗ ਬਣਾਇਆ ਜੀਭ ਨੂੰ, ਅਸੀਂ ਚੁੱਪ ਸਿਖਾਇਆ ਜੀਭ ਨੂੰ, ਅਸੀਂ ਜ਼ਹਿਰ ਚਖਾਇਆ ਜੀਭ ਨੂੰ ਤੇ ਆਪ ਕਟਾਇਆ ਜੀਭ ਨੂੰ, ਅਸੀਂ ਗੂੰਗੇ ਹੋਏ। ਅਸੀਂ ਸੱਚ ਨੂੰ ਸੂਲੀ ਚਾੜਿਆ, ਅਸੀਂ ਗੂੰਗੇ ਹੋਏ। ਕੀ ਦਸੀਏ ਬੀਤੀ ਆਪਣੀ, ਅਸੀਂ ਬੁੱਲੜੀ ਸੀਤੀ ਆਪਣੀ, ਤੇ ਰਾਤ ਵੀ ਪੀਤੀ ਆਪਣੀ, ਰੱਜ ਨਿੰਦਿਆ ਕੀਤੀ ਆਪਣੀ, ਅਸੀਂ ਕਾਫਰ ਹੋਏ। ਅਰੇ ਸਾਨੂੰ ਕਾਫਰ ਕਾਫਰ ਆਖ ਲੈ, ਅਸੀਂ ਕਾਫਰ ਹੋਏ। ਬਹੁਤ ਖੂਬ ਸਰ, ਇੰਨੀ ਇੰਨੇ ਖੂਬਸੂਰਤ ਲਫ਼ਜ਼, ਅਦਾਇਗੀ, ਖਿਆਲ। ਸਰ ਕੀ ਸਿਚੁਏਸ਼ਨ ਚੱਲ ਰਹੀ ਸੀ ਜਦੋਂ ਤੁਸੀਂ ਇਹ ਲਿਖਿਆ? ਬਹੁਤ ਹੀ ਖੂਬਸੂਰਤ ਕਲਾਮ। ਇਹਦੇ ਵਿੱਚ ਤਾਂ ਇਨਸਾਨ ਦੀ ਆਪਣੀ ਜਿਹੜੀ ਹੈ ਉਸ ਦਾ ਮੁਆਸ਼ਰੇ 'ਚ ਜੋ ਵਰਤਾਰਾ ਹੈ, ਜੋ ਮੁਆਸ਼ਰੇ 'ਚ ਕਿਰਦਾਰ ਹੈ, ਉਹਦੀ ਨਿੰਦਿਆ ਕੀਤੀ ਗਈ ਹੈ। ਔਰ ਅਸੀਂ ਜਦੋਂ ਦੀਵਾਰ ਦੇਖਦੇ ਹਾਂ, ਆਪਣੇ ਆਲੇ ਦੁਆਲੇ ਵੇਖਦੇ ਹਾਂ, ਤੇ ਇਨਸਾਨ ਅਸੀਂ ਸਾਰੇ ਆਪਣੀ ਨਿੰਦਿਆ ਹੀ ਕਰ ਰਹੇ ਹਾਂ। ਅਸੀਂ ਜੋ ਕਹਿ ਸਕਦੇ ਹਾਂ ਅਸੀਂ ਕਹਿੰਦੇ ਨਹੀਂ, ਜੋ ਬੋਲ ਸਕਦੇ ਹਾਂ ਅਸੀਂ ਬੋਲਦੇ ਨਹੀਂ, ਜੋ ਸਾਨੂੰ ਸੁਣਨਾ ਚਾਹੀਦਾ ਅਸੀਂ ਸੁਣਦੇ ਨਹੀਂ। ਮੁਆਸ਼ਰੇ ਦੀ ਤਲਖ ਹਕੀਕਤ ਤੁਸੀਂ ਆਪਣੇ ਕਲਾਮ 'ਚ ਬਹੁਤ ਖੂਬਸੂਰਤੀ ਦੇ ਨਾਲ ਪੇਸ਼ ਕੀਤੀ, ਤੇ ਮੈਂ ਉਮੀਦ ਕਰਦੀ ਜਿੰਨਾ ਲੁਤਫ ਮੈਨੂੰ ਆਇਆ ਉਹਨੇ ਲੁਤਫ ਸਾਡੇ ਨਾਜ਼ਰੀਨ ਨੂੰ ਵੀ ਆਇਆ ਹੋਏਗਾ। ਬਹੁਤ ਖੂਬਸੂਰਤ ਕਲਾਮ ਸੀ ਸਰ, ਬਹੁਤ ਜ਼ਬਰਦਸਤ ਲਿਖਿਆ। ਸਰ ਹੋਰ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹ ਰਹੀ ਸੀ ਕਿ ਉਮਰ ਦੇ ਵੱਧਦੇ ਹਿੱਸੇ ਦੇ ਨਾਲ ਤੁਸੀਂ ਮਾਸ਼ਾਅੱਲਾ ਤੁਹਾਡੀ ਉਮਰ ਵੀ ਜਿੱਦਾਂ ਸ਼ਖਸੀਅਤ ਵੱਧਦੀ ਜਾਂਦੀ ਹੈ, ਸਰ ਕੀ ਤਬਦੀਲੀਆਂ ਮਹਿਸੂਸ ਹੁੰਦੀਆਂ ਤੁਹਾਨੂੰ ਪਹਿਲਾਂ ਲਿਖਣ ਤੇ? ਮਿਸਾਲ ਦੇ ਤੌਰ ਤੇ ਹੁਣ ਤੁਸੀਂ ਜਦੋਂ ਪੜ੍ਹਦੇ ਹੋਗੇ 9ਵੀਂ 10ਵੀਂ ਦੇ ਤੁਸੀਂ ਕੁਝ ਲਿਖਿਆ, ਫਿਰ ਤੁਸੀਂ ਮੈਟ੍ਰਿਕ 'ਚ ਕੁਝ ਲਿਖਿਆ, ਇੰਟਰ 'ਚ ਕੁਝ ਲਿਖਿਆ, ਸਰ ਤੁਹਾਨੂੰ ਫੀਲ ਹੁੰਦਾ ਹੋਏਗਾ ਨਾ ਕਿ ਇਹਦੇ ਵਿੱਚ ਥੋੜੀ ਜਿਹੀ ਤਬਦੀਲੀ, ਥੋੜੀ ਜਿਹੀ ਕਮੀ ਪੇਸ਼ੀ, ਥੋੜਾ ਜਿਹਾ ਨਿਆ ਰੰਗ ਤੋਂ ਤੁਹਾਨੂੰ ਫੀਲ ਹੁੰਦਾ ਹੋਏਗਾ, ਥੋੜਾ ਜਿਹਾ ਹੱਸੀ ਵੀ ਆਉਂਦੀ ਹੋਏਗੀ ਸਿਚੁਏਸ਼ਨ ਯਾਦ ਕਰਕੇ ਕਿ ਮੈਂ ਉਦੋਂ ਇਹ ਲਿਖੀ ਸੀ? ਹੁੰਦਾ ਹੈ ਕਦੇ ਯਾਦ ਕਰਦੇ ਤੁਸੀਂ? ਦੇਖੋ, ਜਿਸ ਤਰ੍ਹਾਂ ਆਮ ਰੂਟੀਨ ਵਿੱਚ 19 ਸਾਲ 20 ਸਾਲ 22 ਸਾਲ ਦਾ ਜਿਹੜਾ ਲੜਕਾ ਹੈ, ਉਹ ਜਿਵੇਂ ਕਰਕੇ ਮੁਆਸ਼ਰੇ ਨੂੰ ਵੇਖਦਾ ਹੈ, ਉਹਦਾ ਵੇਖਣ ਦਾ ਢੰਗ ਹੋਰ ਆ। ਜਦੋਂ 45 46 ਸਾਲ ਦਾ ਬੰਦਾ ਵੇਖਦਾ, ਉਹ ਹੋਰ ਤਰੀਕੇ ਨਾਲ ਦੇਖਦਾ। ਬੇਸ਼ੱਕ। ਤੇ ਸ਼ਾਇਰੀ ਕਿਸ ਚੀਜ਼ ਦਾ ਨਾਂ ਹੈ? ਦਾਖਲੀ ਔਰ ਖਾਰਜੀ ਕੈਫੀਅਤ ਦੇ ਬਿਆਨ ਕਰਨ ਦਾ ਨਾਂ ਹੈ। ਜਿਹੜਾ 45 46 ਸਾਲ ਦਾ ਬੰਦਾ, ਉਹ ਆਪਣੇ ਮੁਆਸ਼ਰੇ ਨੂੰ, ਆਪਣੇ ਦੀਵਾਰ ਨੂੰ, ਆਪਣੇ ਲੋਕਾਂ ਨੂੰ, ਆਪਣੀ ਦੁਨੀਆ ਨੂੰ ਬਿਹਤਰ ਅੰਦਾਜ਼ ਨਾਲ ਵੇਖ ਸਕਦਾ ਹੈ। ਉਹਦੇ ਫੈਸਲੇ ਸੋਚੇ ਸਮਝੇ ਹੁੰਦੇ ਨੇ, ਸ਼ੌਰੀ ਹੁੰਦੇ ਨੇ ਔਰ ਬਿਹਤਰ ਹੁੰਦੇ ਨੇ। ਉਹਦੇ ਅੰਦਰ ਸਿਆਣਪ ਜ਼ਿਆਦਾ ਹੁੰਦੀ ਹੈ। ਤੇ ਜਿਹੜੇ ਮੁੰਡੇ ਹੁੰਦੇ ਨੇ, ਉਹਨਾਂ ਅੰਦਰ ਉਹ ਮੁੰਡਾਪਨ ਜਿਹੜਾ ਹੁੰਦਾ ਹੈ ਉਹ ਜ਼ਿਆਦਾ ਹੁੰਦਾ। ਇਹ ਜਿਵੇਂ ਸ਼ਾਇਰੀ ਵੀ ਇਸ ਤਰ੍ਹਾਂ ਸਫ਼ਰ ਕਰਦੀ ਹੈ। ਜਿਵੇਂ ਇਨਸਾਨ ਆਪਣੀ ਥੋੜੀ ਏਜ ਤੋਂ ਜ਼ਿਆਦਾ ਏਜ ਵੱਲ ਸਫ਼ਰ ਕਰਦਾ ਹੈ, ਉਹਦਾ ਮੁਸ਼ਾਹਦਾ ਵੱਧਦਾ ਹੈ, ਉਹਦੀ ਤੱਕਣੀ ਵੇਖਣੀ ਵੱਧਦੀ ਹੈ, ਉਹਦੀ ਬੋਲਣੀ ਕੂਣੀ ਵਿੱਚ ਸਮਝ ਮਤਲਬ ਬਿਹਤਰੀ ਆਉਂਦੀ ਹੈ। ਇਸੇ ਤਰ੍ਹਾਂ ਉਹਦੇ ਲਿਖਣ ਵਿੱਚ ਵੀ ਬਿਹਤਰੀ ਆਉਂਦੀ। ਬਿਲਕੁਲ। ਤੇ ਤੁਸੀਂ ਕੀ ਕਹਿੰਦੇ ਹੋ ਅੱਜ ਕੱਲ੍ਹ ਦੇ ਜਿਹੜਾ ਦੌਰ ਜਾ ਰਿਹਾ ਹੈ, ਕਿੰਨਾ ਕੁ ਜ਼ਰੂਰੀ ਹੈ ਇਸ ਚੀਜ਼ ਨੂੰ ਮੱਦੇਨਜ਼ਰ ਰੱਖਣਾ ਕਿ ਜੇ ਤੁਸੀਂ ਲਿਖ ਰਹੇ ਹੋ ਤਾਂ ਉਹਦੇ ਵਿੱਚ ਕੁਆਲਿਟੀ ਕੀ ਹੋਣੀ ਚਾਹੀਦੀ ਹੈ, ਤੁਹਾਡਾ ਮੁਸ਼ਾਹਦਾ ਹੋਣਾ ਚਾਹੀਦਾ ਹੈ, ਨਹੀਂ ਹੋਣਾ ਚਾਹੀਦਾ? ਕਿਉਂਕਿ ਸਰ ਅੱਜ ਕੱਲ੍ਹ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਅਵੇਅਰਨੈਸ ਨਹੀਂ ਹੈ। ਲੋਕ ਨਹੀਂ ਜਾਣਦੇ, ਡੀਪਲੀ ਨਹੀਂ ਪੜ੍ਹਦੇ ਕਿ ਬੇਸਿਕਲੀ ਅਗਰ ਤੁਸੀਂ ਲਿਖਣਾ ਚਾਹ ਰਹੇ ਹੋ, ਉਹਦੇ ਵੀ ਕੁਝ ਉਸੂਲ ਹੁੰਦੇ ਨੇ ਨਾ ਸਰ। ਹਰ ਚੀਜ਼ ਦੇ ਕੁਝ ਉਸੂਲ ਹੁੰਦੇ ਨੇ, ਸ਼ਾਇਰੀ ਦੇ ਵੀ ਉਸੂਲ ਹੁੰਦੇ ਨੇ, ਅਲਫਾਜ਼ ਦੀ ਖੂਬਸੂਰਤੀ ਦੇ ਵੀ ਉਸੂਲ ਹੁੰਦੇ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਜੋੜਿਆ ਜਾਏ। ਤੇ ਤੁਹਾਨੂੰ ਕੀ ਲੱਗਦਾ, ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਸਾਰਿਆਂ ਲੋਕਾਂ ਨੂੰ? ਕਿਸੇ ਦਾ ਇੱਕ ਮਿਸਰਾ ਹੈ ਕਿਸੇ ਸ਼ਾਇਰ ਦਾ, ਮੇਰੇ ਇਸ ਵੇਲੇ ਜ਼ਿਹਨ 'ਚ ਉਸਦਾ ਨਾਮ ਨਹੀਂ ਹੈਗਾ, ਕਿ ਸ਼ਾਇਰ ਰੱਬ ਤੇ ਨਹੀਂ ਪਰ ਰੱਬ ਦੀ ਸਹੁੰ ਸੁੱਤੀ ਕੌਮ ਦੇ ਲੇਖ ਜਗਾ ਸਕਦਾ। ਵਾਹ। ਸ਼ਾਇਰ ਕੀ ਕਰਦਾ? ਇੱਕ ਸ਼ਾਇਰ ਹੀ ਸੀ ਨਾ ਜਿਹਨੇ ਸੁਪਨਾ ਵੇਖੇ ਸੀ ਪਾਕਿਸਤਾਨ ਦਾ, ਸ਼ਾਇਰ ਹੀ ਸੀ ਨਾ। ਸ਼ਾਇਰ ਤੇ ਬਹੁਤ ਬੜੀ ਤਬਦੀਲੀ ਪੈਦਾ ਕਰ ਸਕਦਾ ਮੁਆਸ਼ਰੇ 'ਚ। ਸ਼ਾਇਰ ਨੂੰ ਚਾਹੀਦਾ ਆਪਣੇ ਦੀਵਾਰ ਨੂੰ ਵਾਚ ਕਰੇ, ਵੇਖੇ, ਉਹਦਾ ਮੁਸ਼ਾਹਦਾ ਤਗੜਾ ਹੋਣਾ ਚਾਹੀਦਾ, ਉਸ ਤੋਂ ਬਾਅਦ ਵਿੱਚ ਲਿਖੇ। ਸ਼ਾਇਰ ਬਹੁਤ ਕੁਝ ਦਿੰਦਾ ਆਪਣੇ ਲੋਕਾਂ ਨੂੰ। ਤੁਸੀਂ ਵੇਖੋ ਸਾਡੇ ਆਲਮੇ ਦੀਨ, ਸਾਡੀਆਂ ਮਸਜਿਦਾਂ ਵਿੱਚ ਜਾਂ ਸਾਡੀਆਂ ਇਮਾਮ ਬਾਰਗਾਹਾਂ 'ਚ ਜਾਂ ਸਾਡੇ ਆਮ ਰੂਟੀਨ ਵਿੱਚ ਜਿਸ ਵੇਲੇ ਤਕਰੀਰ ਕੀਤੀ ਜਾਂਦੀ ਹੈ, ਅੱਧੇ ਘੰਟੇ ਦੀ, ਪੌਣੇ ਘੰਟੇ ਦੀ, ਐਂਡ 'ਤੇ ਫਿਰ ਇੱਕ ਸ਼ੇਰ ਸੁਣਾਇਆ ਜਾਂਦਾ ਅਖੀਰ 'ਤੇ, ਉਹਦੇ ਵਿੱਚ ਉਹ ਸਾਰਾ ਹੀ ਨਿਚੋੜ ਹੁੰਦਾ ਉਹਦਾ। ਸ਼ਾਇਰ ਬੜੀ ਮੁਖਤਸਰ ਤਰੀਕੇ ਨਾਲ ਬੜਾ ਵੱਡਾ ਮੈਸੇਜ ਦਿੰਦਾ ਹੈ, ਬੜਾ ਵੱਡਾ ਸੁਨੇਹਾ ਦਿੰਦਾ ਹੈ। ਸਹੀ ਕਹਿ ਰਹੇ ਸਰ। ਤੁਸੀਂ ਵੀ ਇੱਕ ਸ਼ਾਇਰ ਹੋ, ਬਹੁਤ ਸਾਰੇ ਸ਼ਾਇਰਾਂ ਨੂੰ ਤੁਸੀਂ ਜਾਣਦੇ ਹੋ, ਤੁਸੀਂ ਪੜ੍ਹਦੇ ਹੋ। ਤੁਹਾਡਾ ਪਸੰਦੀਦਾ ਸ਼ਾਇਰ ਕੌਣ ਹੈ? ਕਿਹਨੂੰ ਤੁਸੀਂ ਦਿਲ ਦੇ ਨਾਲ ਸੁਣਦੇ ਹੋ, ਪੜ੍ਹਦੇ ਹੋ? ਕੋਈ ਇੱਕ ਨਹੀਂ, ਮੈਂ ਕਹਿ ਸਕਦਾ ਕਿ ਕਲਾਸਿਕ ਤੇ ਸਾਰਾ ਹੀ ਸਾਡਾ ਸੋਹਣਾ ਹੈ। ਬਾਬਾ ਫਰੀਦ ਤੋਂ ਲੈ ਕੇ ਮੌਲਵੀ ਗੁਲਾਮ ਮਸੂਰ ਆਲਮਪੁਰੀ ਤੱਕ, ਦਾਇਮ ਇਕਬਾਲ ਤੱਕ, ਸਾਡਾ ਕਲਾਸਿਕ ਤੇ ਇੱਕ ਤੋਂ ਵੱਧ ਇੱਕ। ਸਾਡਾ ਕਲਾਸਿਕ ਅਮੀਰ ਹੀ ਬਹੁਤ ਆ। ਮੈਂ ਇਹ ਗੱਲ ਐਵੇਂ ਜਜ਼ਬਾਤੀ ਹੋ ਕੇ ਨਹੀਂ ਕਰ ਰਿਹਾ, ਕਿਸੇ ਅਕੀਦਤ ਦੀ ਵਜ੍ਹਾ ਤੋਂ ਨਹੀਂ ਕਰ ਰਿਹਾ।
ਮੈਂ ਮਾੜਾ ਚੰਗਾ ਐਮਏ ਉਰਦੂ ਕੀਤਾ ਹੈ, ਮੈਂ ਉਰਦੂ ਨੂੰ ਪੜ੍ਹ ਕੇ ਕਰ ਰਿਹਾ। ਸਾਡੇ ਸਾਹਮਣੇ ਤੇ ਇੱਕ ਜਿਹੜੀ ਪੰਜਾਬੀ ਤੋਂ ਬਾਅਦ ਵਿੱਚ ਜ਼ੁਬਾਨ ਹੈ, ਆਮ ਅਸੀਂ ਪੜ੍ਹਾਉਂਦੇ ਹਾਂ ਜਾਂ ਪੜ੍ਹਦੇ ਉਰਦੂ ਹੀ ਹੈ ਨਾ ਜੀ। ਉਰਦੂ ਤੋਂ ਕਿਤੇ ਅਮੀਰ ਆ ਸਾਡਾ ਕਲਾਸਿਕ, ਠੀਕ ਹੈ ਨਾ ਜੀ। ਉਸ ਤੋਂ ਬਾਅਦ ਵਿੱਚ ਬਹੁਤ ਸਾਰੇ ਸ਼ਾਇਰ ਆਏ ਨੇ ਜਿਨ੍ਹਾਂ ਵਿੱਚ ਗਜ਼ਲ ਦੇ ਸ਼ਾਇਰ ਮੈਨੂੰ ਬਹੁਤ ਪਸੰਦ ਆਏ ਆ। ਰਊਫ ਸ਼ੇਖ ਹੈ, ਸਲੀਮ ਕਾਸ਼ਰ ਹੈ, ਮਨਜ਼ੂਰ ਵਜ਼ੀਰਾਬਾਦੀ ਹੈ, ਸਾਡੇ ਫੈਸਲਾਬਾਦ ਦੇ ਇਕਰਾਮ ਮਜੀਦ ਹੈ, ਅੱਜ ਵੀ ਬਹੁਤ ਅੱਛਾ ਲਿਖਿਆ ਜਾ ਰਿਹਾ। ਹੋਰ ਵੀ ਬਹੁਤ ਸਾਰੇ ਨਾਂ ਲੈ ਜਾ ਸਕਦੇ ਨੇ। ਇਸੇ ਤਰ੍ਹਾਂ ਨਜ਼ਮ ਵਿੱਚ ਬਹੁਤ ਵਧੀਆ ਨਾਮ ਆਏ ਨੇ। ਡਾਕਟਰ ਰਸ਼ੀਦ ਅਨਵਰ ਹੈ, ਸ਼ਿਵ ਕੁਮਾਰ ਬਟਾਲਵੀ ਹੈ, ਅਮਰਤਾ ਪ੍ਰੀਤਮ ਹੈ, ਅਹਿਮਦ ਰਾਈ ਹੈ, ਰਿਫਾਕਤ ਮੁਮਤਾਜ਼ ਹੈ। ਸਰ ਇੰਨੀਆਂ ਸੋਹਣੀਆਂ ਗੱਲਾਂ ਹੋ ਰਹੀਆਂ ਅਦਬ ਦੀ, ਤੁਹਾਡੀ, ਸਾਡੀ, ਨਾਜ਼ਰੀਨ ਦੀ, ਪੰਜਾਬੀ ਦੀ। ਸਰ ਇੱਕ ਆਖਰੀ ਸਵਾਲ ਮੈਂ ਤੁਹਾਡੇ ਕੋਲੋਂ ਕਰਨਾ ਚਾਹੁੰਦੀ ਹਾਂ। ਜੋ ਲੋਕ ਇਸ ਸੱਚੀ 'ਚ ਹਕੀਕਤਨ ਕੁਝ ਲਿਖਣਾ ਚਾਹ ਰਹੇ ਨੇ, ਲੋਕਾਂ ਨੂੰ ਪੈਗਾਮ ਦੇਣਾ ਚਾਹ ਰਹੇ ਨੇ, ਕੁਝ ਦੱਸਣਾ ਚਾਹ ਰਹੇ ਨੇ, ਦਿਲ ਦਾ ਹਾਲ ਸੁਣਾਉਣਾ ਚਾਹ ਰਹੇ ਨੇ, ਤੁਸੀਂ ਕੀ ਮਸ਼ਵਰਾ ਦੇਣਾ ਚਾਹੋਗੇ? ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ, ਤਮਾਮ ਲੋਕਾਂ ਨੂੰ, ਉਮਰ ਦੇ ਜਿੰਨੇ 'ਚ ਹਿੱਸੇ 'ਚ ਵੀ ਹੈ, ਜੇ ਉਹ ਕੁਝ ਲਿਖਣਾ ਚਾਹ ਰਹੇ ਨੇ, ਉਹਨੂੰ ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਤੇ ਤੁਸੀਂ ਕੀ ਕਹੋਗੇ ਐਜ਼ ਅ ਸ਼ਾਇਰ ਕਿ ਕਿਹੜੀਆਂ ਚੀਜ਼ਾਂ ਮਾਈਂਡ 'ਚ, ਜ਼ਿਹਨ 'ਚ ਰੱਖਣੀਆਂ ਚਾਹੀਦੀਆਂ ਨੇ? ਤੁਹਾਡੇ ਚੈਨਲ ਦੇ ਜ਼ਰੀਏ ਮੈਂ ਨਾਜ਼ਰੀਨ ਨੂੰ ਇਹੀ ਕਹਿਣਾ ਚਾਹਾਂਗਾ ਕਿ ਅਗਰ ਸਾਡੇ ਨੌਜਵਾਨ ਲਿਖਣਾ ਚਾਹੁੰਦੇ ਨੇ ਤੇ ਜਿਹੜਾ ਆਪਣੇ ਦਿਵਾਲ ਦਾ ਮੁਸ਼ਾਹਦਾ ਹੈ ਇਹ ਜ਼ਰੂਰੀ ਆ। ਆਪਣੇ ਦਿਵਾਲ ਦਾ ਮੁਸ਼ਾਹਦਾ ਜਿਹੜਾ ਆਪਣੇ ਆਲੇ ਦੁਆਲੇ ਨੂੰ ਵੇਖਣਾ, ਆਪਣੇ ਲੋਕਾਂ ਨੂੰ ਵੇਖਣਾ, ਆਪਣੀ ਅੰਦਰਲੀ ਔਰ ਬਾਹਰਲੀ ਕੈਫੀਅਤ ਨੂੰ ਵੇਖਣਾ ਔਰ ਵੇਖਣ ਤੋਂ ਬਾਅਦ ਵਿੱਚ ਲਿਖਣਾ, ਇਹ ਬਹੁਤ ਜ਼ਰੂਰੀ ਆ। ਔਰ ਮੁਤਾਲਿਆ ਕਰਨਾ ਬਹੁਤ ਜ਼ਰੂਰੀ ਹੈ, ਇਸ ਤੋਂ ਬਗੈਰ ਗੁਜ਼ਾਰਾ ਨਹੀਂ। ਸਹੀ ਕਹਿ, ਬਹੁਤ ਖੂਬਸੂਰਤ ਗੱਲ ਕੀ ਸਰ, ਬਹੁਤ ਸ਼ੁਕਰੀਆ। ਮੈਂ ਉਮੀਦ ਕਰਦੀ ਹਾਂ ਜਿੰਨਾ ਮਜ਼ਾ ਮੈਨੂੰ ਆਇਆ ਉਨਾ ਹੀ ਮਜ਼ਾ ਸਾਡੇ ਨਾਜ਼ਰੀਨ ਨੂੰ ਆਇਆ ਹੋਵੇਗਾ। ਅੱਜ ਦੇ ਐਪੀਸੋਡ 'ਚ, ਅੱਜ ਦੇ ਨਵੇਂ ਦਿਨ 'ਚ ਨਵਾਂ ਸ਼ਾਇਰ ਸਾਡੇ ਨਾਲ ਸੀ, ਨਵੀਆਂ ਗੱਲਾਂ, ਨਵੇਂ ਲਿਖੀ ਹੋਈ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਤੇ ਕੋਸ਼ਿਸ਼ ਕੀਤੀ ਉਹ ਤਮਾਮ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਏ ਜਿਹੜੀ ਤੁਹਾਨੂੰ ਨਹੀਂ ਪਤਾ। ਇਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਸਾਡਾ ਲਗਾਓ ਕਿੰਨਾ ਸੀ, ਇਹਨਾਂ ਦੀ ਸ਼ਾਇਰੀ 'ਚ, ਹਮ 'ਚ, ਗਜ਼ਲ 'ਚ ਕੋਸ਼ਿਸ਼ ਕੀਤੀ ਤੁਹਾਨੂੰ ਦੱਸਿਆ ਜਾਏ। ਬਹੁਤ ਸ਼ੁਕਰੀਆ ਸਰ ਮਹਿਬੂਬ, ਤੁਹਾਡਾ ਆਉਣ ਦਾ, ਟਾਈਮ ਦੇਣ ਦਾ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਤੁਸੀਂ ਵੀ ਆਪਣਾ ਬਹੁਤ ਸਾਰਾ ਖਿਆਲ ਰੱਖੋਗੇ। ਅੱਜ ਦੀ ਐਪੀਸੋਡ ਕਿੱਦਾਂ ਲੱਗੀ ਸਾਨੂੰ ਜ਼ਰੂਰ ਦੱਸਿਓ।